चरण कमल स्यों प्यार, मन तन रता सच रंग, इको नाम आधार। सावण सरसी कामणी, चरण कमल स्यों प्यार, मन तन रता सच रंग, इको नाम आधार। विखिया रंग गुलाबिया, दिसन सभे शार, हरि अमृत बूंद सुहावनी, मिल साधु पीवनिहार। वण तिरण प्रभ संग मोलिया, समरथ पुरख अपार। हर निर्णय मन रोचदा, कर्म मिला गुणिहार। जिन्नी सखिए प्रभु पाया, हों तिनकै सदबरिहार। नानक अर्जी मया कर, शब्द सवार निहार। सावण तिना सुहागणी, जिन राम नाम उरिहार। वाहिगुरु जी का खालसा, वाहिगुरु जी की फतेह। जुगो जुग अटल गुरु गरीब निवास, धन धन साहिब श्री गुरु ग्रंथ साहिब महाराज सच्चे पातशाह जी की पावन और पवित्र गुरगोद विच गदरी बाबियां के इतिहासक स्थान गुरुद्वारा साहिब सखतन विखे अज हफ्तावारी दीवान कौम के महान शहीद भाई साहब भाई तारू सिंह जी तिन्हां दा शहीदी दिहाड़ा आपां मना रहे हैं। जदों भी सावण की पहली तरीक आउंदी है, भाव सावण का महीना जदों आरंभ हुंदा है, ते हर एक ਸਰੋਤੇ ਦੇ ਮਨ ਵਿੱਚ ਇਹ ਆਉਂਦਾ ਹੈ ਕਿ ਅੱਜ ਸੰਗਰਾਂਦ ਹੈ, ਮੈਂ ਗੁਰਦੁਆਰੇ ਜਾ ਰਹੀ ਹਾਂ। ਪਰ ਵਿਰਲੇ ਵਿਰਲੇ ਟਾਵੇਂ ਟਾਵੇਂ ਨੇ ਜਿਨ੍ਹਾਂ ਦੇ ਮਨ ਵਿੱਚ ਇਹ ਆਉਂਦਾ ਹੈ ਕਿ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਕਿਉਂਕਿ 1 ਸਾਵਣ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ 5 ਭੂਤਕ ਸਰੀਰ ਤਿਆਗਿਆ ਸੀ, ਪਰ ਉਸ ਤੋਂ 21 दिन पहला भाई तारू सिंह जी का खोपर उतार दिता गया सी। खोपर तो बिना लगभग 22वें दिन उन्होंने अपना शरीर त्यागया है। खोपड़ी तो बिना 22 दिन लगातार इतिहास ये दसदा है कि वो अपनी मालिक की याद में जुड़े रहे, तो इन्ना लंबा समा वो 22 दिन क्यों रहे, ਆਪਾਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਨਾਲੋਂ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਵਣ ਦੇ ਮਹੀਨੇ ਦੀ ਜਿਹੜੀ ਆਰੰਭਤਾ ਹੋਈ ਹੈ, ਆਪ ਜੀ ਸਾਰੇ ਜਾਣਦੇ ਹੋ, ਕਿਉਂਕਿ ਇਹ ਜਿਹੜੇ ਦਿਨ ਹੁੰਦੇ ਸਨ ਨਾ, ਜਿਵੇਂ ਕੋਈ ਮੱਸਿਆ ਸੰਗਰਾਂਦ ਪੂਰਨਮਾਸ਼ੀਆਂ, ਇਹ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਾਡੇ ਗੁਰੂ ਸਾਹਿਬਾਨ ਸਨ, ਲੋਕਾਂ ਨੂੰ ਇੱਕ ਇਕੱਤਰਤਾ ਕਰਨ ਦਾ, ਇਕੱਠੇ ਕਰਨ ਦਾ ਉਹਨਾਂ ਨੂੰ ਇੱਕ ਢੰਗ ਬਣਾਇਆ ਸੀ, ਤਾਂ ਕਿ ਸਾਰੀਆਂ ਸੰਗਤਾਂ ਇੱਕ ਮਹੀਨੇ ਵਿੱਚ ਇਕੱਠੀਆਂ ਹੋ ਜਾਇਆ ਕਰਨ ਤੇ ਕੋਈ ਨਾ ਕੋਈ ਗੁਰਮਤਾ ਹੋ ਜੇ ਪੰਥ ਲਈ, ਕੌਮ ਦੇ ਲਈ, ਤੇ ਨਾਲੋਂ ਨਾਲ ਕੋਈ ਗੁਰੂ ਦੇ ਸ਼ਬਦ ਦੀ ਵਿਚਾਰ ਹੋ ਜੇ। ਪਰ ਇਸ ਚੀਜ਼ ਨੂੰ ਕੁਝ ਮੇਰੇ ਵਰਗਿਆਂ ਨੇ ਉਹ ਹੋਰ ਬੰਨੇ ਲੈ ਤੁਰੇ, ਤੇ ਗੁਰਮਤ ਦੀ ਜਿਹੜੀ ਗੱਲ ਸੀ ਉਹ ਫਿਰ ਇਸ ਹਨੇਰੇ ਦੇ ਵਿੱਚ ਹੌਲੀ ਹੌਲੀ ਅਲੋਪ ਹੋਣੀ ਸ਼ੁਰੂ ਹੋ ਗਈ। ਕਿਉਂਕਿ ਬਹੁਤ ਘੱਟ ਜਦੋਂ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਭਾਵ ਸੰਗਰਾਂਦ ਆਰੰਭ ਹੁੰਦੀ ਹੈ, ਤਾਂ ਉਸ ਦਿਨ ਬਹੁਤ ਘੱਟ ਨੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੋਵੇਗਾ, ਜਾਂ ਜਿਹੜੇ ਫਿਰ ਇਸ ਚੀਜ਼ ਦਾ ਪ੍ਰਚਾਰ ਕਰਦੇ ਹੋਣਗੇ ਕਿ ਅੱਜ ਉਸ ਯੋਧੇ ਦਾ ਸ਼ਹੀਦੀ ਦਿਹਾੜਾ ਹੈ। ਅਸੀਂ ਵੀ ਹੁਣ ਪਿੰਡਾਂ ਵਿੱਚੋਂ ਹੀ ਆਏ ਹਾਂ, ਤੁਸੀਂ ਵੀ ਸੁਣਦੇ ਸੀ, ਅਸੀਂ ਵੀ ਸੁਣਦੇ ਸਾਂ। ਗੁਰਦੁਆਰੇ ਦਾ ਭਾਈ ਵਿਚਾਰਾ ਇਹੀ ਕਹਿੰਦਾ ਸੀ ਕਿ ਭਾਈ ਅੱਜ ਸੰਗਰਾਂਦ ਹੈ, ਦੇਗਾ ਕਰਾ ਲਓ, ਗੁਰਦੁਆਰੇ ਆਓ, ਗੁਰੂ ਦੀਆਂ ਖੁਸ਼ੀਆਂ ਲਓ। ਉਹਨੂੰ ਵਿਚਾਰੇ ਨੂੰ ਇੰਨਾ ਕੁ ਹੁੰਦਾ ਸੀ, ਉਹ ਇੰਨਾ ਕੁ ਬੋਲਦਾ ਸੀ, ਸੰਗਤ ਆਉਂਦੀ ਸੀ, ਮਹੀਨਾ ਸੁਣਦੀ ਸੀ ਤੇ ਚਲੀ ਜਾਂਦੀ ਸੀ। ਹੁਣ ਜਿਵੇਂ ਜਿਵੇਂ ਸਮਾਂ
ਬਤੀਤ ਹੋ ਰਿਹਾ ਹੈ, ਸੂਝ ਆ ਰਹੀ ਹੈ, ਸਮਝ ਆ ਰਹੀ ਹੈ, ਤੇ ਨਾਲੋਂ ਨਾਲ ਹਰ ਮਹੀਨੇ ਇਸ ਗੁਰੂ ਦੇ ਸ਼ਬਦ ਦੀ ਕਥਾ ਵਿਚਾਰ ਵੀ ਹੁੰਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਹੋਣ ਲੱਗ ਪਈ ਹੈ। ਮੈਂ ਆਪਣੇ ਵਿਸ਼ੇ ਵੱਲ ਆਵਾਂ। ਇਹ ਜਿਹੜਾ ਵਚਨ ਹੈ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਮਾਝ ਰਾਗ ਦੇ ਵਿੱਚ 12 ਮਹਾਨਾਮ ਬਾਣੀ ਦੇ ਵਿੱਚ ਸਤਿਗੁਰਾਂ ਨੇ ਇਹ ਜੋ ਪੌੜੀ, ਕਿਉਂਕਿ 12 ਮਹਾ ਜਿਹੜੀ ਬਾਣੀ ਹੈ ਨਾ ਉਹਦੀਆਂ 12 ਪੌੜੀਆਂ ਦੀ ਗਿਣਤੀ ਕਰੀਏ ਤੇ 14 ਨੇ। ਜਿਹੜੀ ਪਹਿਲੀ ਪੌੜੀ ਹੈ ਉਹ ਮੰਗਲਾਚਰਨ ਦੀ ਹੈ, ਅਖੀਰਲੀ ਜਿਹੜੀ ਪੌੜੀ ਹੈ ਉਹ ਸਾਰੀ ਬਾਣੀ ਦਾ ਸਾਰੰਸ਼ ਹੈ। ਆਰੰਭ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM। ਸਤਿਗੁਰੂ ਜੀ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹੋਏ ਹਾਂ ਤੁਹਾਡੇ ਤੋਂ। ਇੱਥੇ ਵੇਖੋ ਬੰਦੇ ਦੀ ਆਪ ਦੀ ਗਲਤੀ ਹੋਵੇ, ਡਿੱਗ ਪਵੇ, ਠੁੱਡਾ ਵੱਜੇ ਤਾਂ ਅਗਲਾ ਇਹ ਕਹਿੰਦਾ ਲੋ ਉਹਨੇ ਮੈਨੂੰ ਪਿੱਛੋਂ ਆਵਾਜ਼ ਮਾਰੀ ਸੀ ਮੈਂ ਤਾਂ ਹੀ ਡਿੱਗ ਪਿਆ ਹਾਂ। ਤੇ ਜੇ ਕੋਈ ਸਿਆਣਾ ਹੋਵੇ ਕੋਈ ਬੂਥਾ ਤੇ ਤੂੰ ਪਰੇ ਨੂੰ ਚੁੱਕਿਆ ਉਹਦਾ ਵਿਚਾਰੇ ਦਾ ਕਾਹਦਾ ਕਸੂਰ ਹੈ। ਪਰ ਮੇਰੇ ਸਤਿਗੁਰੂ ਜੀ ਕੀ ਕਹਿੰਦੇ ਬਾਣੀ ਵਿੱਚ, ਵੇਖੋ ਬਾਣੀ ਵਿੱਚ ਠੇਠ ਪੰਜਾਬੀ ਲਿਖੀ ਹੈ। ਅੱਜ ਅਸੀਂ ਲੋਕਾਂ ਦਾ ਮੂੰਹ ਮੁਲਾਜਾ ਵੇਖਣ ਕਰਕੇ, ਲੋਕਾਂ ਨੂੰ ਖੁਸ਼ ਕਰਨ ਕਰਕੇ ਅਸੀਂ ਕੁਝ ਫਿਰ ਉਸ ਤਰੀਕੇ ਦੇ ਨਾਲ ਗੱਲਾਂ ਕਰਦੇ ਹਾਂ। ਠੇਠ ਪੰਜਾਬੀ ਕੀ ਹੈ? ਭਗਤ ਫਰੀਦ ਸਾਹਿਬ ਜੀ ਦੀ ਬਾਣੀ ਪੜ੍ਹ ਲਓ, ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹ ਲਓ। ਭਗਤ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਲੋੜੈ ਦਾਗ ਬਿਜੌਰੀਆਂ ਕਿੱਕਰ ਬੀਜੈ ਜੱਟ ਹੰਡੇ। ਕਿੰਨੇ ਮਹਾਨ ਵਚਨ ਨੇ। ਫਰੀਦਾ ਲੋੜੈ ਦਾਗ ਬਿਜੌਰੀਆਂ ਕਿੱਕਰ ਬੀਜੈ ਜੱਟ ਹੰਡੇ ਉਨ ਕਤਾਈ ਦਾ ਪੈਂਦਾ ਲੋੜੈ ਪੱਟ। ਕਹਿੰਦੇ ਬੀਜ ਦਾ ਤਾਂ ਪਿਆ ਕਿੱਕਰਾਂ ਦੇ ਬੀਜ, ਪਰ ਲੱਭਦਾ ਪਿਆ ਬਿਜੌਰ ਦੇਸ਼ ਦੀਆਂ ਮੈਨੂੰ ਦਾਖਾਂ ਮਿਲ ਜਾਣ। ਹੁਣ ਦਾਖਾਂ ਤੇ ਤਾਂ ਹੀ ਮਿਲਣਗੀਆਂ ਜੇ ਦਾਖਾਂ ਦੇ ਅੰਗੂਰ ਪਹਿਲਾਂ ਲਾਏ ਹੋਣਗੇ ਬੰਦਾ, ਪਰ ਹੁਣ ਬੀਜੇ ਕਿੱਕਰਾਂ ਦੇ ਬੀਜ ਤੇ ਲੱਭਦਾ ਪਿਆ ਬਿਜੌਰ ਦੇਸ਼ ਦੀਆਂ ਦਾਖਾਂ। ਦੀ ਇੱਕ ਬਾਹਰੋਂ ਉਦਾਹਰਨ ਦੇ ਕੇ ਗੱਲ ਅੰਦਰ ਦੀ ਕੀਤੀ ਹੈ। ਤੋ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਰੰਭ ਵਿੱਚ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM। ਤੇ ਜਿਹੜੀ ਅਖੀਰਲੀ ਪੌੜੀ ਹੈ ਨਾ 12 ਨਾਮ ਬਾਣੀ ਦੀ, ਤੇ ਅਖੀਰ ਵਿੱਚ ਆਇਆ ਜਿਨ ਜਿਨ ਨਾਮ ਧਿਆਇਆ। ਕਿ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਦੀ ਸਮਝ ਪੈ ਗਈ, ਤਿੰਨ ਕੇ ਕਾਜ ਸਰੇ, ਉਹਨਾਂ ਦੇ ਦੁਨਿਆਵੀ ਕਾਜ ਤੇ ਸਵਰੀ ਗਏ ਨੇ। ਤੇ ਜਿਹੜਾ ਮਨੁੱਖਾ ਜੀਵਨ ਹੈ ਨਾ ਜਿਹੜਾ, ਉਹਨਾਂ ਨੇ ਸਭ ਤੋਂ ਵੱਡਾ ਕਾਜ ਇਹ ਵੀ ਸਵਾਰ ਲਿਆ ਹੈ। ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਤੇ ਆਓ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਰ ਇਹ ਸਾਵਣ ਦੇ ਮਹੀਨੇ ਦੀ ਆਰੰਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੁਝ ਬਚਨ ਨੇ। ਜਦੋਂ ਸਾਵਣ ਦਾ ਮਹੀਨਾ ਸ਼ੁਰੂ ਹੁੰਦਾ ਹੈ ਨਾ ਤਾਂ ਜਿਹੜੇ ਕੁਝ ਦਾਰਸ਼ਨਿਕ ਪੁਰਸ਼ ਨੇ, ਜਿਹੜੇ ਵਿਦਵਾਨ ਨੇ, ਜਿਹੜੇ ਇਹ ਕਹੋ ਬੰਦਗੀ ਵਾਲੇ ਨੇ, ਕਿੰਨਾ ਨੂੰ ਖੁਸ਼ੀ ਹੁੰਦੀ ਹੈ। ਉਹ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ। ਪਾਤਸ਼ਾਹ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੁ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਇਹ ਪੰਕਤੀਆਂ ਇਸ ਸਾਵਣ ਦੇ ਮਹੀਨੇ ਦਾ ਜਿਹੜਾ ਸ਼ਬਦ ਕਹਿ ਲੋ ਪੌੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ, ਇਹਨੂੰ ਸਮਝਣ ਤੋਂ ਪਹਿਲਾਂ ਇਸ ਪੰਕਤੀਆਂ ਨੂੰ ਸਮਝਣਾ ਪਏਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੁ ਉਮਾਹਾ। ਉਮਾਹਾ ਕਹਿੰਦੇ ਖੁਸ਼ੀ ਨੂੰ। ਕਹਿੰਦੇ ਜਦੋਂ ਸਾਵਣ ਦਾ ਮਹੀਨਾ ਆਰੰਭ ਹੁੰਦਾ ਹੈ ਨਾ, ਕਹਿੰਦੇ 4 ਜਾਣਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ। 4 ਜਾਣੇ ਖੁਸ਼ ਹੁੰਦੇ ਨੇ ਤੇ 4 ਜਾਣੇ ਦੁਖੀ ਹੁੰਦੇ ਨੇ। ਨਾਨਕ ਸਾਵਣ ਜੇ ਵਸੈ ਚਹੁ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਦੇ ਆਪਣੇ ਰਸਕ ਪੁਰਸ਼ ਜਿਨ੍ਹਾਂ ਦੇ ਕੋਲ ਧਨ ਦੌਲਤ ਮਾਇਆ ਪਦਾਰਥ ਹੈ। ਜਦੋਂ ਸਾਵਣ ਦਾ ਮਹੀਨਾ ਆਉਂਦਾ ਜਾਂ ਕਿਉਂ ਕਹਿ ਲੋ ਜਦੋਂ ਵਧੀਆ ਮੌਸਮ ਹੋਵੇ ਤੇ ਆਪਾਂ ਕਹਿੰਦੇ ਵੀ ਚਲੋ ਘੁੰਮਣ ਫਿਰਨ ਚੱਲੀਏ। ਜਿਹਦੇ ਕੋਲ ਮਾਇਆ ਹੈ, ਜਿਹਦੇ ਕੋਲ ਧਨ ਹੈ, ਜਿਹੜਾ ਕਹਿੰਦਾ ਭਾਵੇਂ ਮਹੀਨਾ ਕੰਮ ਨਾ ਕਰਾਂ ਮੈਨੂੰ ਕੀ ਹੈ ਵੀ ਮੇਰੇ ਅਕਾਊਂਟ ਦੇ ਵਿੱਚ ਵਾਧੂ ਪਏ ਨੇ। ਤੇ ਜਿਹੜਾ ਵਿਚਾਰਾ ਗਰੀਬ ਹੈ, ਜੇ ਸਾਵਣ ਦਾ ਮਹੀਨਾ ਆ ਜੇ ਤੇ ਜੇ ਉਹਨੂੰ ਕਦੇ ਵੀ ਘੁੰਮਣ ਫਿਰਨ ਚੱਲੀਏ, ਉਹਨੇ ਕਹਿਣਾ ਮੇਰੇ ਕੋਲ ਤਾਂ ਇੱਕ ਵਕਤ ਦੀ ਰੋਟੀ ਨਹੀਂ, ਮੈਂ ਘੁੰਮਣਾ ਕਾਹਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਾਵਣ ਜੇ ਵਸੈ
ਚਹੋ ਕੁਮਾਹਾ ਹੋਏ ਨਾਗਾ ਮਿਰਗਾ। ਦੇਖੋ ਜਿਸ ਵਕਤ ਬਾਰਿਸ਼ ਪੈਂਦੀ ਹੈ ਨਾ, ਹਾੜ ਦੇ ਮਹੀਨੇ ਤੋਂ ਪਹਿਲਾਂ, ਹਾੜ ਦੇ ਮਹੀਨੇ ਵਿੱਚ ਕਿੰਨੀ ਗਰਮੀ ਸੀ, ਜਿੰਨੇ ਵੀ ਸੱਪ ਨੇ, ਨਾਗ ਨੇ, ਉਹ ਗਰਮੀ ਕਰਕੇ ਉਹ ਕਿੰਨੇ ਦੁਖੀ ਹੁੰਦੇ ਨੇ, ਉਹ ਖੁੱਡਾਂ ਵਿੱਚ ਵੜ ਜਾਂਦੇ ਨੇ। ਪਰ ਜਦੋਂ ਵੀ ਸਾਵਣ ਦਾ ਮਹੀਨਾ ਆਉਂਦਾ ਹੈ, ਬਾਰਿਸ਼ ਪੈਂਦੀ ਹੈ, ਤਾਂ ਹੀ ਤੁਸੀਂ ਦੇਖੋ ਮਾਲਵੇ ਵਿੱਚ ਖਾਸ ਕਰਕੇ ਇਧਰ ਤੁਸੀਂ ਵੇਖੋ ਮਾਨਸਾ, ਬਠਿੰਡਾ, ਕਨੀ ਇਧਰ ਗੁੱਗਾ ਬੜਾ ਪੂਜਦੇ ਲੋਕ। ਜਗ੍ਹਾ ਜਗ੍ਹਾ ਉਹਨਾਂ ਦੇ ਘਰਾਂ ਦੇ ਵਿੱਚ ਡਾਂਗਾਂ ਦੇ ਉੱਪਰ ਮੋਰ ਦੇ ਖੰਭ ਜੇ ਲਾਏ ਹੁੰਦੇ, ਢੋਲ ਜਿਹਾ ਵੱਜਦਾ, ਫਿਰ ਉਹ ਰੋਡ ਆਦਤ ਸੁੱਟਦੇ ਨੇ, ਕਿਉਂਕਿ ਉਹ ਕਹਿੰਦੇ ਸਾਉਣ ਦਾ ਮਹੀਨਾ ਆ ਗਿਆ। ਗੁੱਗਾ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ, ਫਿਰ ਕੋਈ ਸੇਵੀਆਂ ਵੱਟਦਾ ਹੈ, ਕੋਈ ਰੋਡ ਬਣਾਉਂਦਾ ਹੈ, ਕੋਈ ਕੁਝ। ਅੱਜ ਵੀ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੋ ਬਾਣੀ ਕਹਿ ਰਹੀ ਹੈ। ਪਰ ਵੇਖੋ ਜਦੋਂ ਉਹ ਗੁੱਗਾ ਵਿਚਾਰਾ, ਤੁਸੀਂ ਦੇਖੋ ਖੱਡ ਦੇ ਵਿੱਚ ਹੁੰਦਾ ਹੈ, ਉਦੋਂ ਕੋਈ ਬੀਬੀ ਸੇਵੀਆਂ ਬਣਾਉਂਦੀ ਹੈ, ਕੋਈ ਰੋਡ ਸੁੱਕਦੀ ਹੈ, ਕੋਈ ਕੁਝ ਕਰਦੀ ਹੈ। ਤੇ ਜੇ ਕਿਤੇ ਬਾਬਾ ਜੀ ਖੱਡ ਚੋਂ ਬਾਹਰ ਆ ਜਾਣ, ਫਿਰ ਕਹਿੰਦੇ ਲਿਆਓ ਡਾਂਗ, ਇਹਦਾ ਸਿਰ ਹੀ ਸਿਰ ਕੁੱਟੋ। ਫਿਰ ਬਾਬੇ ਨੂੰ ਕਹਿੰਦੇ ਕੁੱਟਦੇ ਨੇ ਡਾਂਗਾਂ ਨਾਲ। ਮੇਰੇ ਕਹਿਣ ਤੋਂ ਮੁਰਾਦ ਇਹ ਵੀ ਬਾਣੀ ਕੀ ਕਹਿ ਰਹੀ ਹੈ, ਸਾਵਣ ਦੇ ਮਹੀਨੇ ਦੇ ਵਿੱਚ ਸੱਪ ਖੱਡਾਂ ਦੇ ਵਿੱਚੋਂ ਬਾਹਰ ਆਉਂਦੇ ਨੇ। ਨਾਨਕ ਸਾਵਣ ਜੇ ਵਸੈ ਚਹੋ ਕੁਮਾਹਾ ਹੋਏ ਨਾਗਾ। ਨਾਗਾ ਦੇ ਆਪਣੇ ਸੱਪ, ਨਾਗਾ ਮਿਰਗਾ। ਮਿਰਗ ਜਦੋਂ ਬਾਰਿਸ਼ ਪੈਂਦੀ ਹੈ ਨਾ, ਠੰਡੀ ਹਵਾ ਚੱਲਦੀ ਹੈ, ਤੇ ਮਿਰਗ ਕਿਸ ਤਰ੍ਹਾਂ ਚੁੰਗੀਆਂ ਭਰਦੇ ਨੇ, ਤੇ ਮੱਛੀਆਂ, ਤਲਾਬਾਂ ਦਾ ਪਾਣੀ ਬਿਲਕੁਲ ਸੁੱਕ ਜਾਂਦਾ ਹੈ। ਤੇ ਜਦੋਂ ਬਾਰਿਸ਼ ਪੈਂਦੀ ਹੈ ਤੇ ਮੱਛੀਆਂ ਤਾਂ ਨੂੰ ਉਛਲਦੀਆਂ ਨੇ, ਖੁਸ਼ ਹੋ ਰਹੀਆਂ ਨੇ, ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੀਆਂ ਨੇ। ਰਸੀਆਂ ਘਰ ਧਨ ਹੋਏ, ਤੇ ਜਿਸ ਬੰਦੇ ਕੋਲ ਧਨ ਹੈ, ਮਾਇਆ ਹੈ, ਤੇ ਉਹ ਬੰਦਾ ਵੀ ਖੁਸ਼ ਹੁੰਦਾ। ਉਹ ਚਾਰੇ ਜਾਣੇ ਇਹ ਖੁਸ਼ ਹੋ ਰਹੇ ਨੇ। ਕਿਹੜੇ ਕਿਹੜੇ? ਫਿਰ ਆਪਾਂ ਸਮਝ ਲਈਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੋ ਕੁਮਾਹਾ ਹੋਏ। ਵੇਖੋ ਬਾਣੀ ਹੈ ਜਿਹੜੀ, ਬਾਣੀ ਵਿੱਚ ਕਿਤੇ ਨਹੀਂ ਆਖਿਆ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ, ਚੜ੍ਹਦੀ ਕਲਾ ਵਿੱਚ ਹੀ ਰਹਿਣਾ। ਬਾਣੀ ਸਾਨੂੰ ਸਾਰੀ ਚੜ੍ਹਦੀ ਕਲਾ ਹੀ ਸਿਖਾ ਰਹੀ ਹੈ। ਪਰ ਜਿਹੜਾ ਮੇਰੇ ਵਰਗਾ ਜ਼ਿਆਦਾ ਪਖੰਡ ਜਾ ਕਰੇ, ਜ਼ਿਆਦਾ ਨਿੰਮੂ ਝੋਨਾ ਜਾ ਹੋਵੇ, ਤੇ ਹੱਸੇ ਨਾ, ਜ਼ੁਬਾਨ ਤੋਂ ਕੁਝ ਵੀ ਨਾ ਕਵੇ, ਕੋਈ ਬੁਲਾਵੇ ਤਾਂ ਵੀ ਨਾ ਬੋਲੇ, ਤਾਂ ਫਿਰ ਮੇਰੇ ਵਰਗਾ ਕਹਿੰਦਾ ਆਹ ਮਹਾਂਪੁਰਖ ਬਹੁਤ ਬੰਦਗੀ ਵਾਲੇ ਨੇ। ਜਿਹੜਾ ਕਿਸੇ ਨੂੰ ਬੁਲਾਵੇ ਹੀ ਨਾ, ਉਹਨੂੰ ਆਪਾਂ ਕਹਿੰਦੇ ਹਾਂ। ਪਰ ਗੁਰਬਾਣੀ ਜਦੋਂ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉੱਥੇ ਇੱਕੋ ਸਮੇਂ ਵਿੱਚ ਲੱਖਾਂ ਖੁਸ਼ੀਆਂ ਆ ਜਾਂਦੀਆਂ ਨੇ। ਜੇ ਬੰਦਾ ਗੁਰੂ ਗਿਆਨ ਨੂੰ, ਗੁਰੂ ਦੀ ਬਾਣੀ ਨੂੰ ਸਮਝ ਲਵੇ, ਉਹਨੂੰ ਲੱਖਾਂ ਖੁਸ਼ੀਆਂ ਲੱਭਣ ਦੀ ਲੋੜ ਨਹੀਂ। ਉਹ ਇੱਕੋ ਸਮੇਂ ਦੇ ਵਿੱਚ ਲੱਖਾਂ ਖੁਸ਼ੀਆਂ ਦਾ ਆਨੰਦ ਮਾਣ ਸਕਦਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੋ ਕੁਮਾਹਾ ਹੋਏ ਨਾਗਾ ਮਿਰਗਾ। ਮੱਛੀਆਂ, ਰਸੀਆਂ ਘਰ ਧਨ ਹੋਏ। ਇਹ ਬੜੇ ਖੁਸ਼ ਨੇ ਚਾਰੇ। ਗੁਰੂ ਨਾਨਕ ਪਾਤਸ਼ਾਹ ਇਹ ਖੁਸ਼ ਨੇ। ਤੇ ਜਿਨ੍ਹਾਂ ਚਾਰਾਂ ਦੀ ਤੁਸੀਂ ਗੱਲ ਕਰਦੇ ਹੋ, ਕਿਹੜੇ ਨੇ ਜਿਹੜੇ ਦੁਖੀ ਹੁੰਦੇ ਨੇ? ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੋਂ ਵਿਛੋੜਾ ਹੋਏ ਗਾਈ ਪੁੱਤਾ ਨਿਰਤਨਾ ਪੰਥੀ ਚਾਕਰ ਹੋਏ। ਗਾਈ ਪੁੱਤਾ ਨਿਰਤਨਾ, ਗਾਈ ਪੁੱਤ ਭਾਵ ਗਾਂ ਦਾ ਪੁੱਤਰ ਕੌਣ ਹੈ? ਬੱਚਾ, ਬਲਦ ਆਦਿਕ। ਜਦੋਂ ਸੌਣ ਦਾ ਮਹੀਨਾ ਹੁੰਦਾ ਹੈ ਤਾਂ ਉਸ ਵਕਤ ਜ਼ਿਮੀਦਾਰ ਕਹਿੰਦਾ ਬਾਰਿਸ਼ ਪਈ ਹੈ, ਬਾਣ ਗਿੱਲਾ ਹੈ, ਤੇ ਕਿੱਲੇ ਤੋਂ ਫਿਰ ਬੱਚੇ ਨੂੰ, ਬਲਦ ਨੂੰ ਖੋਲਦਾ ਹੈ। ਕਹਿੰਦਾ ਚੱਲ ਬੱਚੂ, ਹੁਣ ਭਾਵੇਂ ਮੀਂਹ ਪਿਆ ਤੇ ਭਾਵੇਂ ਗਿੱਲਾ ਹੈ, ਤੈਨੂੰ ਤੇ ਹੁਣ ਤੁਰਨਾ ਹੀ ਪਏਗਾ। ਤਾਂ ਉਹ ਉਦੋਂ ਬੜਾ ਦੁਖੀ ਹੁੰਦਾ ਹੈ। ਉਹ ਕਹਿੰਦਾ ਸੌਣ ਦਾ ਮਹੀਨਾ ਨਾ ਹੀ ਆਉਂਦਾ, ਇਹ ਤੂੰ ਤਾਂ ਹਾੜ ਦਾ ਮਹੀਨਾ ਹੀ ਚੰਗਾ ਸੀ। ਕਮ ਸੇ ਕਮ ਭਾਵੇਂ ਗਰਮੀ ਤਾਂ ਸਹਿੰਦਾ ਸੀ, ਜ਼ੋਰ ਤੇ ਨਹੀਂ ਸੀ ਨਾ ਲੱਗਦਾ, ਹਲ ਤੇ ਨਹੀਂ ਸੀ ਨਾ ਖਿੱਚਣਾ ਪੈ ਰਿਹਾ। ਵੇਖੋ ਕਿੰਨੀ ਪੇਂਡੂ ਭਾਸ਼ਾ ਵਿੱਚ, ਲੋਕ ਭਾਸ਼ਾ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਇਹ ਨਹੀਂ ਵੀ ਅਸੀਂ ਅੱਜ ਦੀ ਮਾਡਰਨ ਭਾਸ਼ਾ, ਜੇ ਅਸੀਂ ਕਹੀਏ ਕਿ ਅਸੀਂ ਬਾਣੀ ਨੂੰ ਤਬਦੀਲ ਕਰ ਦਈਏ ਵੀ ਆਪਾਂ ਉਸ ਤਰੀਕੇ ਨਾਲ ਬੋਲੀਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਾਵਣ ਜੇ ਵਸੈ ਚਹੋਂ ਵਿਛੋੜਾ ਹੋਏ ਗਾਈ ਪੁੱਤਾ ਨਿਰਤਨਾ। ਨਿਰਤਨ ਇੱਕ ਗਰੀਬ ਜਿਹੜਾ ਕੰਗਾਲ ਹੈ, ਜਿਹਦੇ ਕੋਲ ਮਾਇਆ ਨਹੀਂ, ਕਮਾਉਣ ਦਾ ਸਾਧਨ ਨਹੀਂ, ਅੱਤ ਦੀ ਉਤੋਂ ਬਾਰਿਸ਼ ਪੈ ਜੇ ਤੇ ਉਧਰੋਂ ਵਿਚਾਰੇ ਨੂੰ, ਉਹਨੂੰ 20 ਮੀਲ ਕਹਿ ਲਓ ਜਾਂ 10 ਕਿਲੋਮੀਟਰ ਕਹਿ ਲਓ, ਉਹਨੂੰ ਤੁਰ ਕੇ ਜਾਣਾ ਪਵੇ ਦਿਹਾੜੀ ਕਰਨ ਜਾਂ ਸਾਈਕਲ ਤੇ, ਤਾਂ ਫਿਰ ਉਹ ਗਾਰੇ ਦੇ ਵਿੱਚ, ਮਿੱਟੀ ਦੇ ਵਿੱਚ ਕਿਸ ਤਰ੍ਹਾਂ ਤੁਰੇਗਾ? ਅੱਤ ਦੀ ਬਾਰਿਸ਼ ਪੈ ਰਹੀ, ਉਹਦੀ ਤਾਂ ਵਿਚਾਰੇ ਦੀ ਦਿਹਾੜੀ ਗਈ। ਉਹ ਕਹੇਗਾ ਮੈਂ ਬੱਚੇ ਕਿੱਦਾਂ ਪਾਲਾਂਗਾ? ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗਾਈ ਪੁੱਤਾ ਨਿਰਤਨਾ। ਕਹਿੰਦੇ ਬਲਦ ਬੜਾ ਦੁਖੀ ਹੁੰਦਾ ਹੈ, ਤੇ ਇੱਕ ਕੰਗਾਲ ਬੰਦਾ ਬੜਾ ਦੁਖੀ ਹੁੰਦਾ ਹੈ, ਕਿਉਂਕਿ ਉਹ ਕੰਮ ਨਹੀਂ ਕਰ ਸਕੇਗਾ। ਹੁਣ ਜ਼ਿਮੀਂਦਾਰ ਕਹੇਗਾ ਤੂੰ ਕੰਮ ਕਰ, ਉਹ ਕੰਮ ਨਹੀਂ ਹੋਣਾ,
ਤੇ ਸਤਿਗੁਰੂ ਕਹਿੰਦੇ ਗਾਈ ਪੁੱਤਾ ਨਿਰਧਨ ਪੰਥੀ ਚਾਕਰ ਹੋਏ, ਪੰਥੀ ਰਸਤੇ ਤੇ ਤੁਰਨ ਵਾਲਾ ਜਿਹੜਾ ਨੌਕਰ ਆਦਿਕ ਹੈ ਕਹਿੰਦੇ ਉਹ ਬੜਾ ਦੁਖੀ ਹੁੰਦਾ ਹੈ। ਚਾਰਾਂ ਨੂੰ ਤਾਂ ਸਾਉਣ ਦਾ ਮਹੀਨਾ ਜਦੋਂ ਚੜ੍ਹਦਾ ਹੈ ਉਹ ਖੁਸ਼ ਹੁੰਦੇ ਨੇ, ਤੇ ਜਿਹੜੇ ਚਾਰ ਜਾਣੇ ਨੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਤਾਂ ਉਹ ਵਿਚਾਰੇ ਬੜੇ ਦੁਖੀ ਹੁੰਦੇ ਨੇ। ਤੇ ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਜ ਦਾ ਜਿਹੜਾ ਵਚਨ ਹੈ, ਮੈਂ ਪਹਿਲੋਂ ਸ਼ਬਦ ਦੀ ਵਿਚਾਰ ਤਾਂ ਕਰ ਲਵਾਂ, ਕੁਝ ਇਤਿਹਾਸ ਦਾ ਪੱਖ ਆਪਾਂ ਲਵਾਂਗੇ। ਮੈਂ ਚਾਹੁੰਦਾ ਵੀ ਸ਼ਬਦ ਦੀ ਵਿਚਾਰ ਰਹਿ ਨਾ ਜਾਏ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ। ਜਿੱਦਾਂ ਸਾਉਣ ਦਾ ਮਹੀਨਾ ਆਉਂਦਾ ਹੈ, ਬਾਰਿਸ਼ ਪੈਂਦੀ ਹੈ, ਸਰਸੀ ਦੇ ਅਰਥ ਹੁੰਦੇ ਨੇ ਹਰਿਆਵਲ ਹੋਣੀ, ਬਨਸਪਤੀ ਜਿਹੜੀ ਹਾੜ ਦੇ ਮਹੀਨੇ ਵਿੱਚ ਬਿਲਕੁਲ ਕਮਲਾਈ ਹੁੰਦੀ ਹੈ। ਤੇ ਜਿਉਂ ਹੀ ਸਾਵਣ ਦਾ ਮਹੀਨਾ ਆਉਂਦਾ ਸਾਰੀ ਬਨਸਪਤੀ ਆਪਾਂ ਵੇਖਦੇ ਹਾਂ ਪ੍ਰਫੁੱਲਤ ਹੋ ਜਾਂਦੀ ਹੈ, ਸਾਰੇ ਫੁੱਲ ਪੌਦੇ ਬੂਟੇ ਲਹਿਰਾਉਂਦੇ ਪਏ ਨੇ। ਮੇਰੇ ਸਤਿਗੁਰੂ ਜੀ ਗੱਲ ਇੱਥੇ ਕੇਵਲ ਬਾਹਰ ਦੇ ਬੂਟਿਆਂ ਦੀ, ਬਾਹਰ ਦੀ ਬਨਸਪਤੀ ਦੀ ਗੱਲ ਕਰਕੇ ਸਤਿਗੁਰੂ ਜੀ ਗੱਲ ਅੰਦਰ ਦੀ ਕਰਦੇ ਨੇ। ਸਾਵਣ ਸਰਸੇ ਕਾਮਣੀ, ਇੱਥੇ ਕਾਮਣੀ ਦੇ ਅਰਥ ਨੇ ਜੀਵ ਰੂਪ ਇਸਤਰੀ। ਅਸੀਂ ਤੁਸੀਂ ਜਿੰਨੇ ਵੀ ਇੱਥੇ ਬੈਠੇ ਆ, ਕਹਿੰਦੇ ਜਿਵੇਂ ਬਾਰਿਸ਼ ਪੈਂਦੀ ਹੈ ਬਨਸਪਤੀ ਖਿੜ ਜਾਂਦੀ ਹੈ, ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ, ਸਤ ਸੰਗੀ ਗੁਰਮੁਖ ਜਨਾਂ ਦਾ ਆਪਣੇ ਵਾਹਿਗੁਰੂ ਦੇ ਚਰਨ ਕਮਲ ਭਾਵ ਗੁਰੂ ਗਿਆਨ ਦੇ ਨਾਲ, ਬਾਣੀ ਦੇ ਨਾਲ, ਸਤ ਸੰਗਤ ਦੇ ਨਾਲ ਜਿਨ੍ਹਾਂ ਦਾ ਪਿਆਰ ਹੁੰਦਾ ਹੈ ਨਾ, ਤਾਂ ਫਿਰ ਉਹ ਨਿਰਾਸ਼ ਨਹੀਂ ਹੁੰਦੇ। ਉਹ ਕੀ ਕਰਦੇ ਨੇ? ਸਤਿਗੁਰੂ ਜੀ ਕਹਿੰਦੇ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਆਧਾਰ ਦੇ ਅਰਥ ਨੇ ਆਸਰਾ। ਫਿਰ ਜਿਨ੍ਹਾਂ ਦਾ ਆਪਣੇ ਗੁਰੂ ਦੇ ਨਾਲ ਪਿਆਰ ਹੈ ਨਾ, ਉਹਨਾਂ ਦਾ ਮਨ ਤੇ ਤਨ ਰਤਾ। ਰਤਾ ਦੇ ਅਰਥ ਨੇ ਭਿੱਜ ਗਿਆ। ਆਪਣੇ ਗੁਰੂ ਦੇ ਵਿੱਚ ਮਨ ਇੰਨਾ ਕੁ ਜੁੜਿਆ ਹੁੰਦਾ ਹੈ, ਆਪਣੇ ਗੁਰੂ ਦੀ ਬਾਣੀ ਸੁਣ ਕੇ, ਗਿਆਨ ਨੂੰ ਸਮਝ ਕੇ, ਗੁਰੂ ਦੇ ਪ੍ਰੇਮ ਦੇ ਵਿੱਚ ਇੰਨਾ ਕੁ ਰੰਗਿਆ ਜਾਂਦਾ ਹੈ। ਫਿਰ ਉਹ ਕਹਿੰਦਾ ਇੱਕੋ ਨਾਮ ਆਧਾਰ। ਉਹ ਫਿਰ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾਉਂਦਾ ਹੈ। ਉਹ ਫਿਰ ਹੋਰ ਕਿਸੇ ਦੂਜੇ ਤੀਜੇ ਦਾ ਆਸਰਾ ਨਹੀਂ ਰੱਖਦਾ। ਸਤਿਗੁਰੂ ਜੀ ਕਹਿੰਦੇ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ। ਇੱਥੇ ਵਿਖਿਆ ਦੇ ਅਰਥ ਨੇ ਮਾਇਆ, ਦੁਨਿਆਵੀ ਪਦਾਰਥ। ਕਹਿੰਦੇ ਫਿਰ ਜਿਹੜੇ ਦੁਨਿਆਵੀ ਪਦਾਰਥਾਂ ਦਾ ਰੰਗ ਬੰਦੇ ਦੇ ਮਨ ਨੂੰ ਜਿਹੜਾ ਚੜਿਆ ਹੁੰਦਾ ਹੈ ਨਾ, ਫਿਰ ਜਿਨ੍ਹਾਂ ਦਾ ਜੀਵ ਰੂਪ ਇਸਤਰੀ ਦਾ ਗੁਰੂ ਨਾਲ ਪ੍ਰੇਮ ਪੈ ਜਾਂਦਾ ਹੈ, ਗੁਰੂ ਦੀ ਬਾਣੀ ਨੂੰ ਜਿਹੜਾ ਸਮਝਣ ਲੱਗ ਪੈਂਦਾ ਹੈ, ਤਾਂ ਫਿਰ ਜਿਹੜੇ ਮਨ ਨੂੰ ਦੁਨੀਆ ਦੇ ਰੰਗ ਚੜੇ ਹੁੰਦੇ ਨੇ, ਉਹ ਫਿਰ ਪਤਾ ਕਿੱਦਾਂ ਦੇ ਲੱਗਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਿਸਣ ਸਭੇ ਛਾਰ। ਛਾਰ ਦੇ ਅਰਥ ਨੇ ਸੁਭਾਅ, ਛਾਰ ਦੇ ਅਰਥ ਨੇ ਨਿਕੰਮੇ, ਦੁਨੀਆ ਦੇ। ਫਿਰ ਜਿਹੜੇ ਇੰਜ ਕਹਿ ਲੋ ਮਨ ਦੇ ਵਿੱਚ ਬਲਬਲੇ ਹੈ ਨਾ ਦੁਨਿਆਵੀ, ਉਹ ਫਿਰ ਉਹਨੂੰ ਬਿਲਕੁਲ ਫਿੱਕੇ ਜਾਪਦੇ ਨੇ। ਜਦੋਂ ਦੁਨੀਆ ਦਾ ਰੰਗ ਚੜਿਆ ਹੋਵੇ, ਉਹਨੂੰ ਫਿਰ ਗੁਰੂ ਦੀ ਬਾਣੀ, ਉਹਨੂੰ ਕਥਾ ਕੀਰਤਨ ਉਹ ਨਹੀਂ ਚੰਗਾ ਲੱਗਦਾ। ਤੇ ਜਦੋਂ ਕਹਿੰਦੇ ਗੁਰੂ ਦਾ ਰੰਗ ਚੜ ਜਾਏ, ਉਹਨੂੰ ਫਿਰ ਦੁਨੀਆ ਦੇ ਰੰਗ ਨਹੀਂ ਚੰਗੇ ਲੱਗਦੇ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ। ਕਦੋਂ ਇਹਦਾ ਪ੍ਰੈਕਟੀਕਲ ਤੁਸੀਂ ਕਦੋਂ ਕਰ ਸਕਦੇ ਹੋ? ਜੇ ਤਾਂ ਕਹਿੰਦੇ ਆਨੰਦ ਕਾਰਜ ਹੁੰਦਾ ਹੋਵੇ, ਤਾਂ ਆਨੰਦ ਕਾਰਜ ਹੁੰਦੇ ਆ ਨਾ, ਜਿਹੜਾ ਤਾਬਿਆ ਬੈਠਾ ਕਹਿ ਰਿਹਾ ਕਿ ਬੇਟੇ ਨੂੰ ਇੱਧਰ ਨੂੰ ਕਰ ਦਿਓ ਜਾਂ ਏਦਾਂ ਥੋੜੀ ਜਿਹੀ ਤੁਸੀਂ ਠੀਕ ਹੋ ਕੇ ਬਹਿ ਜਾਓ। ਫਿਰ ਕੁੜੀ ਦੇ ਤੇ ਮੁੰਡੇ ਦੇ ਉਹਦੇ ਮਾਂ ਪਿਓ ਵੀ ਅੱਖਾਂ ਕੱਢਦੇ ਹੁੰਦੇ ਕਿ ਰਿਸ਼ਤੇਦਾਰ ਵੀ ਬਾਬਾ ਐਵੇਂ ਉਪਦੇਸ਼ ਦੇਈ ਜਾਂਦੇ। ਤੇ ਜਦੋਂ ਆਨੰਦ ਕਾਰਜ ਸਮਾਪਤ ਹੋ ਜਾਂਦਾ ਹੈ ਨਾ, ਤਾਂ ਫਿਰ ਉਹ ਮੂਵੀ ਵਾਲਾ ਉੱਥੇ ਬਾਹਰ ਖੜਾ ਹੁੰਦਾ ਮੈਨੂੰ ਕੋਲੇ, ਤੇ ਸੂਰਜ ਵੱਲ ਤਾਂ ਬੂਥਾ ਚਕਾ ਲੈਂਦੇ ਨੇ। ਭਾਵੇਂ ਪੌਣਾ ਘੰਟਾ ਖੜਾਈ ਰੱਖੇ, ਜਮਾਂ ਨਹੀਂ ਬੋਲਦੇ, ਕੁਸਕਦੇ ਨਹੀਂ, ਭਾਵੇਂ ਘੰਟਾ ਖੜਾਈ ਰੱਖਿਓ ਬਾਹਰ। ਪਰ ਜੇ ਅਸੀਂ ਕਹਿ ਦਈਏ ਵੀ ਏਦਾਂ ਨਾ ਕਰੋ, ਏਦਾਂ ਨਾ ਕਰੋ, ਕਹਿੰਦੇ ਬਾਬੇ ਚੁੱਪ ਕਰਕੇ ਬਹਿ ਜਾ, ਪ੍ਰਧਾਨ ਨੂੰ ਦੱਸ ਦਿਆਂਗੇ, ਕਮੇਟੀ ਨੂੰ ਸ਼ਿਕਾਇਤ ਲਾ ਦਿਆਂਗੇ, ਭਜਾ ਦਿਆਂਗੇ ਤੁਹਾਨੂੰ। ਏਦਾਂ ਵੇਖੋ, ਜਦੋਂ ਗੁਰੂ ਕੋਲ 5 ਮਿੰਟ ਬਹਿਣਾ ਹੀ ਔਖਾ ਹੈ। ਇੱਕ ਤੇ ਮਾਰ ਤੋਂ ਪੈਰਾਂ ਘਰ ਬੈਠਣ ਨੂੰ ਤਿਆਰ ਹੋ ਗਿਆ, ਇੱਥੇ ਬੈਠਣ ਨੂੰ ਤਿਆਰ ਨਹੀਂ। ਵੇਖੋ, ਕਿਸੇ ਨੂੰ ਸਰੀਰਕ ਪ੍ਰੋਬਲਮ ਹੈ, ਕੋਈ ਬਜ਼ੁਰਗ ਹੈ, ਉਹ ਜਿੱਦਾਂ ਮਰਜ਼ੀ ਬਹਿ ਜੇ। ਮੈਂ ਜਿਹੜੀ ਬੇਨਤੀ ਤਾਂ ਕਰਨ ਲੱਗਾ ਸਾਂ ਕਿ ਜਦੋਂ ਜਿੱਥੇ ਗੁਰੂ ਦੀ ਗੱਲ ਆਉਂਦੀ ਆ, ਉੱਥੇ ਬੰਦਾ ਮੰਨਣ ਨੂੰ ਤਿਆਰ ਨਹੀਂ। ਮੂਵੀ ਵੈਸੇ ਤੇ ਇੱਥੇ ਇੱਕ ਮਤਾ ਇਹ ਪਾਸ ਹੋਣਾ ਚਾਹੀਦਾ ਹੈ, ਕਿਉਂਕਿ ਪਿਛਲੇ ਦਿਨੀ ਕੁਝ ਇੱਥੇ ਆਨੰਦ ਕਾਰਜ ਹੋਏ ਨੇ, ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਸਾਡੇ ਗਲ ਪੈਣ ਤੱਕ ਗਏ ਕਿ ਗੁਰੂ ਦੀ ਝੂਰੀ ਵੇ ਤੁਸੀਂ ਪੋਜ ਬਣਾਉਣੇ, ਮੂੰਹ ਦੇ ਵਿੱਚ ਪ੍ਰਸ਼ਾਦ ਪਾਉਣ ਲੱਗ ਗਏ। ਇੱਕ ਦੇ ਮੈਂ ਫੋਟੋ ਵਾਲ ਨੂੰ ਕਿਹਾ ਵੀ ਫੋਟੋ ਡਿਲੀਟ ਕਰ ਦੇ, ਉਦੋਂ ਡਿਲੀਟ ਕਰਵਾਈ
ਵੀ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਤੇ ਇੱਕ ਦੂਜੇ ਦੇ ਮੂੰਹ 'ਚ ਪ੍ਰਸ਼ਾਦ ਪਾਉਂਦੇ ਜੀ ਵੀ ਦੱਸੋ ਇੱਥੇ ਤੁਸੀਂ ਸ਼ਿਮਲੇ ਆਏ ਹੋ ਤੇ ਧਿਆਨ ਕਰ ਰਹੇ ਨੇ। ਇੱਥੇ ਬਕਾਇਦਾ ਲਿਖ ਕੇ ਲਾਇਆ ਜਿਹੜੀਆਂ ਚੀਜ਼ਾਂ ਦਿਖਣੀਆਂ ਚਾਹੀਦੀਆਂ ਉਹ ਇੱਥੇ ਰੂਲ ਲਿਖ ਕੇ ਲਾਉਣਾ ਚਾਹੀਦਾ ਤਾਂ ਕਿ ਕੋਈ ਸਾਡੇ ਨਾਲ ਉਹ ਲੜਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਕਹਿ ਸਕੀਏ ਕਿ ਪ੍ਰਬੰਧਕਾਂ ਨੇ ਇਹ ਰੂਲ ਲਿਖ ਕੇ ਲਾਏ ਹੋਏ ਨੇ ਪਰ ਇਹ ਗੱਲਾਂ ਚੁਗਲੀਆਂ ਸੱਚ। ਖੈਰ ਮੈਂ ਵਿਸ਼ੇ ਵੱਲ ਆ ਜਾ, ਮੇਰੇ ਸਤਿਗੁਰੂ ਜੀ ਕੀ ਕਹਿੰਦੇ ਨੇ। ਇੱਥੇ ਬਚਨ ਆਇਆ ਸੀ ਵਿਖਿਆ ਰੰਗ, ਜੇ ਵਿਖਿਆ ਨਾ ਆਉਂਦਾ ਤੇ ਇਹ ਪ੍ਰਮਾਣ ਨਹੀਂ ਸੀ ਦੇਣਾ। ਵਿਖਿਆ ਰੰਗ ਕੂੜਾਵੇਆ, ਜਦੋਂ ਕਹਿੰਦੇ ਵਿਸ਼ੇ ਵਿਕਾਰਾਂ ਦਾ ਰੰਗ ਚੜਿਆ ਹੁੰਦਾ ਹੈ ਨਾ ਤਾਂ ਫਿਰ ਉਦੋਂ ਗੁਰੂ ਦੀ ਬਾਣੀ ਨਹੀਂ ਚੰਗੀ ਲੱਗਦੀ। ਪਰ ਜਦੋਂ ਕਹਿੰਦੇ ਗੁਰੂ ਦੀ ਬਾਣੀ ਚੰਗੀ ਲੱਗਣ ਲੱਗ ਪਏ ਉਦੋਂ ਦੁਨੀਆ ਦੇ ਰੰਗ ਬਹੁਤੇ ਚੰਗੇ ਨਹੀਂ ਲੱਗਦੇ। ਵਿਖਿਆ ਰੰਗ ਕੂੜਾਵੇਆ ਦਿਸਣ ਸਭੇ ਸ਼ਾਰ, ਫਿਰ ਉਹ ਸਵਾਹ ਨਿਕੰਮੇ ਜਾਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮੇਰੇ ਸਾਧੂ ਪੀ ਬਣੇ ਹਾਰ। ਗੁਰੂ ਦਾ ਨਾਮ ਰੂਪ ਅੰਮ੍ਰਿਤ ਹੈ ਜਿਹੜਾ ਬੂੰਦ ਆਤਮਿਕ ਜੀਵਨ ਦੇਣ ਵਾਲਾ ਗੁਰੂ ਦਾ ਗਿਆਨ ਸਾਧੂ। ਇਹਦੇ ਸਾਧੂ ਤੋਂ ਮੁਰਾਦ ਹੈ ਗੁਰੂ ਦਾ ਉਪਦੇਸ਼। ਪੀਵਣ ਹਾਰ ਦੇ ਅਰਥ ਨੇ ਪੀਣ ਜੋਗਾ ਹੋ ਗਿਆ। ਵਣ ਤਿਨ ਪ੍ਰਭ ਸੰਗ ਮੋਲਿਆ, ਸਮਰਥ ਪੁਰਖ ਅਪਾਰ। ਵਣ ਤਿਨ ਪ੍ਰਭ ਸੰਗ ਮੋਲਿਆ, ਜਿਵੇਂ ਬਾਰਿਸ਼ ਪੈਂਦੀ ਹੈ ਨਾ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਇਸੇ ਤਰ੍ਹਾਂ ਫਿਰ ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਨਾਮ ਰੂਪ ਅੰਮ੍ਰਿਤ ਜਲ ਗੁਰੂ ਦੀ ਸਮਝ ਪੈ ਜਾਂਦੀ ਹੈ ਤਾਂ ਸਤਿਗੁਰੂ ਜੀ ਕਹਿੰਦੇ ਵਣ ਤਿਨ ਪ੍ਰਭ ਸੰਗ ਮੋਲਿਆ। ਮੌਲਿਆ ਦੇ ਅਰਥ ਨੇ ਮੋੜ ਜਾਣਾ, ਖੁਸ਼ ਹੋ ਜਾਣਾ। ਸਮਰੱਥ ਪੁਰਖ ਅਪਾਰ, ਜਿਹੜਾ ਮੇਰਾ ਸਮਰੱਥ ਗੁਰੂ ਹੈ, ਜਿਹੜਾ ਬੇਅੰਤ ਹੈ, ਵਿਆਪਕ ਹੈ, ਜਿਹੜਾ ਹਰ ਮਿਲਣੇ ਨੂੰ ਮਨ ਰੋਚਦਾ, ਕਰਮ ਮਿਲਾਵਣੇ ਹਾਰ। ਕਹਿੰਦੇ ਉਸ ਮਾਲਕ ਵਾਹਿਗੁਰੂ ਨੂੰ ਜੇ ਮਿਲਣ ਵਾਸਤੇ ਮਨ ਤਾਂਘ ਰੱਖਦਾ ਹੋਵੇ ਨਾ, ਮਨ ਦੇ ਵਿੱਚ ਇੱਛਾ ਹੋਵੇ ਤਾਂ ਫਿਰ ਉਹ ਆਪਣੇ ਗੁਰੂ ਕੋਲ ਆਉਂਦਾ, ਭਾਵੇਂ 5 ਮਿੰਟ ਹੀ ਬੈਠੇ ਤੇ ਉਹ ਗੁਰੂ ਦੇ ਦਰਸ਼ਨ ਕਰਕੇ ਚਲਿਆ ਜਾਂਦਾ। ਹਰ ਮਿਲਣੇ ਨੂੰ ਮਨ ਰੋਚਦਾ। ਕਰਮ ਦੇ ਅਰਥ ਨੇ ਬਖਸ਼ਿਸ਼, ਕਰਮ ਮਿਲਾਵਣੇ ਹਾਰ। ਜੇ ਕਹਿੰਦੇ ਤੂੰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ ਚਾਹਵੇਂ ਤਾਂ ਮੇਰੇ ਸਤਿਗੁਰੂ ਜੀ ਇਹ ਮਿਲਾਪ ਜੋਗਾ ਬਣਾ ਦਿੰਦੇ ਨੇ। ਜਿਨੀ ਸਖੀਏ ਪ੍ਰਭ ਪਾਹੀਆਂ, ਹੋਂ ਤਿਨ ਕਹਿ ਸਦ ਬਲਿਹਾਰ। ਕਹਿੰਦੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਆਪਣੇ ਮਾਲਕ ਨੂੰ ਪਾ ਲਿਆ, ਮੈਂ ਉਹਨਾਂ ਜੀਵ ਰੂਪ ਇਸਤਰੀਆਂ ਤੋਂ ਕੁਰਬਾਨ ਜਾਣਾ, ਸਦਕੇ ਜਾਣਾ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਣੇ ਹਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਹਰ ਜੀ ਮਾਇਆ ਕਰ, ਮੇਰੇ ਮਾਲਕ ਵਾਹਿਗੁਰੂ ਜੀ ਕਿਰਪਾ ਕਰੋ। ਮੇਰੇ ਹਿਰਦੇ ਰੂਪ ਘਰ ਵਿੱਚ ਪ੍ਰੇਮ ਦਾ ਉਛਾਲਾ, ਪ੍ਰੇਮ ਉਛਲ ਪੈਂਦੇ ਤੇ ਤੁਸੀਂ ਕਿਰਪਾ ਕਰੋ। ਸ਼ਬਦ ਦੇ ਦੁਆਰਾ ਇਸ ਜ਼ਿੰਦਗੀ ਨੂੰ ਤੁਸੀਂ ਸਵਾਰ ਦਿਓ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਕਹਿੰਦੇ ਉਹਨਾਂ ਦੇ ਲਈ ਜੀਵ ਰੂਪ ਇਸਤਰੀਆਂ ਲਈ ਇਹ ਸੌਣ ਦਾ ਮਹੀਨਾ ਉਹਨਾਂ ਲਈ ਮੁਬਾਰਕ ਹੈ, ਜਿਨ੍ਹਾਂ ਨੇ ਉਰਹਾਰ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗੁਰੂ ਦਾ ਪ੍ਰੇਮ ਹੈ ਨਾ ਜਿਹੜਾ ਆਪਣੇ ਹਿਰਦੇ ਰੂਪ ਘਰ ਵਿੱਚ ਵਸਾ ਲਿਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਦਾ, ਹਿਰਦੇ ਦਾ ਹਾਰ ਬਣਾ ਲਿਆ, ਉਹਨਾਂ ਦੀ ਸਾਵਣ ਦਾ ਮਹੀਨਾ ਮੁਬਾਰਕ ਹੈ। ਸੋ ਆਓ ਹੁਣ ਜਿਹੜਾ ਸਾਵਣ ਦਾ ਮਹੀਨਾ, ਇੱਕ ਸਾਵਣ ਨੂੰ ਭਾਈ ਤਾਰੂ ਸਿੰਘ ਜੀ ਨੇ ਆਪਣਾ 5 ਭੂਤਕ ਸਰੀਰ ਤਿਆਗਿਆ ਸੀ। ਇਹ ਭਾਈ ਤਾਰੂ ਸਿੰਘ ਕੌਣ ਹੈ? ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਵਾਚਨਾ ਕਰੀਏ, ਕਿਉਂਕਿ ਜਿਸ ਵਕਤ ਭਾਈ ਤਾਰੂ ਸਿੰਘ ਜੀ ਦੇ ਜਨਮ ਦੀ ਜਿਹੜੀ ਡੇਟ ਹੈ ਨਾ ਉਹ ਨਹੀਂ ਮਿਲਦੀ, ਪਰ ਸ਼ਹਾਦਤ ਦੀ ਡੇਟ ਹੈ ਉਹਨਾਂ ਦੀ 1745 ਈਸਵੀ 12 ਜੁਲਾਈ 16 ਜੁਲਾਈ ਕਿਮਾ ਕਰਿਓ 1745 ਈਸਵੀ 16 ਜੁਲਾਈ ਇੱਕ ਸਾਵਣ ਦੀ ਤਾਰੀਖ ਸੀ ਜਿਸ ਦਿਨ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ। ਪਰ ਭਾਈ ਤਾਰੂ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਨੇ? ਪੂਲਾ ਪਿੰਡ ਹੈ ਇਹਨਾਂ ਦਾ। ਪਹਿਲਾਂ ਇਹ ਲਾਹੌਰ ਅੰਮ੍ਰਿਤਸਰ ਜ਼ਿਲ੍ਹੇ ਸੀ, ਹੁਣ ਇਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ। ਇਹਨਾਂ ਦਾ ਜਨਮ ਮਾਤਾ ਧਰਮ ਕੌਰ ਜੀ ਤੇ ਪਿਤਾ ਬਾਗ ਸਿੰਘ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਇਸ ਸੰਸਾਰ ਤੋਂ ਛੋਟੇ ਹੁੰਦਿਆਂ ਹੀ ਚਲੇ ਗਏ ਸਨ ਤੇ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਭਾਈ ਤਾਰੂ ਸਿੰਘ ਜੀ ਨੂੰ ਪਾਲਿਆ ਪੋਸਿਆ। 2 ਪੁੱਤਰ ਨੇ ਮਾਤਾ ਧਰਮ, 2 ਬੱਚੇ ਨੇ ਮਾਤਾ ਧਰਮ ਕੌਰ ਦੇ। ਇੱਕ ਬੱਚੀ ਦਾ ਨਾਮ ਹੈ ਤਾਰੂ ਤੇ ਪੁੱਤਰ ਦਾ ਨਾਮ ਹੈ ਤਾਰੂ। ਵੇਖੋ ਅੱਜ ਸਭਿਅਤਾ ਦੇ ਨਾਮ ਤੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਮਾਂ ਦੇ ਵਿੱਚ ਵੀ ਤਬਦੀਲੀ ਆ ਗਈ। ਗੁਰਜੀਤ ਸਿੰਘ ਤੋਂ ਗੈਰੀ ਬਣ ਗਿਆ, ਹਰਜੀਤ ਸਿੰਘ ਤੋਂ ਹੈਰੀ ਬਣ ਗਿਆ, ਸਿੰਘ ਤੇ ਕੌਰ ਲੱਭਦਾ ਹੀ ਕੋਈ ਨਹੀਂ। ਜਦੋਂ ਅਰਦਾਸ ਕਰਦੇ ਪਤਾ ਹੀ ਨਹੀਂ ਚੱਲਦਾ
ਵੀ ਹੁਣ ਇਹਨਾਂ ਦੇ ਵਿੱਚੋਂ ਮੁੰਡਾ ਕਿਹੜਾ ਤੇ ਕੁੜੀ ਕੌਣ ਹੈ, ਅਰਦਾਸ ਕਿਹਦੀ ਕਰੀਏ। ਕੌਰ ਤੇ ਸਿੰਘ ਉਡਾ ਦਿੱਤਾ ਗਿਆ। ਪਹਿਲਾਂ ਨਾਮਾਂ ਦੇ ਵਿੱਚ ਕਿੰਨੀ ਵੱਡੀ ਤਾਕਤ ਹੁੰਦੀ ਸੀ, ਇਹਦੇ ਵਿੱਚ ਬਹੁਤ ਵੱਡਾ ਇਤਿਹਾਸ ਛੁਪਿਆ ਹੋਇਆ ਸੀ। ਕਹਿੰਦੇ ਤਾਰੋ ਤੇ ਭਾਈ ਤਾਰੂ, ਕਿਉਂਕਿ ਇਹ ਨਾਮ ਬੜੇ ਮੇਲ ਖਾਂਦੇ ਸਨ ਇੱਕ ਦੂਜੇ ਨਾਲ। ਜਿਸ ਤਰ੍ਹਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦਾ ਨਾਮ ਸੀ ਨਾਨਕ ਤੇ ਭੈਣ ਦਾ ਨਾਮ ਸੀ ਨਾਨਕੀ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ, ਹੁਣ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਚੱਲ ਵਸੇ, ਮਾਤਾ ਨੇ ਪ੍ਰੇਮ ਦੀਆਂ ਪਿਆਰ ਦੀਆਂ ਲੋਰੀਆਂ ਦੇ ਦੇ ਕੇ ਪਾਲਿਆ ਪੋਸਿਆ। 25 ਸਾਲ ਦਾ ਭਾਈ ਤਾਰੂ ਸਿੰਘ ਹੋ ਗਿਆ। ਪਰ ਇਸੇ ਨਗਰ ਦੇ ਇਲਾਕੇ ਦੇ ਵਿੱਚ ਇੱਕ ਮੰਡਿਆਲੀ, ਜਿਹਨੂੰ ਗੁਰੂ ਕੀ ਜੰਡਿਆਲੀ ਵੀ ਆਪਾਂ ਕਹਿੰਦੇ ਆ, ਮੰਡਿਆਲੀ ਨਗਰ ਦਾ ਰਹਿਣ ਵਾਲਾ ਸੀ। ਕਹਿੰਦੇ ਹਰ ਭਗਤ ਨਰੰਜਨੀਆ, ਇਹਦਾ ਅਸਲੀ ਨਾਮ ਸੀ ਆਕਲਦਾਸ। ਭਾਵੇਂ ਗਾਂਧੀ ਦਾ ਗੁਰੂ ਕੁਲ ਦੇ ਨਾਲ ਇਹਨਾਂ ਦੇ ਬਜ਼ੁਰਗ ਰਹੇ ਨੇ, ਪਰ ਇਹਦਾ ਬਾਅਦ ਵਿੱਚ ਨਾਮ ਪਿਆ ਹਰ ਭਗਤ ਨਰੰਜਨੀਆ। ਕਹਿੰਦੇ ਜਿਸ ਵਕਤ ਭਾਈ ਤਾਰੂ ਸਿੰਘ ਜੀ ਆਪਣੇ ਨਗਰ ਵਿੱਚ ਰਹਿੰਦੇ ਆ ਨਾ, ਤਾਂ ਉਸ ਵਕਤ ਜਿਹੜਾ ਜ਼ਕਰੀਆ ਖਾਨ ਹੈ, ਕਿਉਂਕਿ ਉਹਨਾਂ ਸਮਿਆਂ ਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ, ਤੇ ਜ਼ਕਰੀਆ ਖਾਨ ਜਿਹੜਾ ਆਪਣੇ ਮਹਿਲਾਂ ਦੇ ਵਿੱਚ ਬੈਠਾ ਹੈ, ਦਰਬਾਰ ਸਜਿਆ ਹੋਇਆ ਹੈ, ਤਾਂ ਉਸ ਵਕਤ ਕਹਿੰਦੇ ਜ਼ਕਰੀਆ ਖਾਨ ਨੇ ਆਖਿਆ ਵੀ ਹੁਣ ਤਾਂ ਸਿੰਘ ਭਾਰੇ ਦੀ ਲੱਭ ਲਈ, ਮੈਂ ਤਾਂ ਉਹਨਾਂ ਨੂੰ ਚੌਂਕ ਚੁਰਾਹੇ ਜਿੱਥੇ ਵੀ ਕਿਤੇ ਮੈਨੂੰ ਮਿਲੇ, ਕਹਿੰਦੇ ਮੈਂ ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ, ਕੋਈ ਵੀ ਲੱਭਦਾ ਨਹੀਂ ਪਿਆ। ਪਰ ਕਹਿੰਦੇ ਇਸ ਨਗਰ ਦੇ ਵਿੱਚ ਹੈ ਜਿਹੜਾ, ਕਹਿੰਦੇ ਹਰ ਭਗਤ ਨਰੰਜਨੀਆ ਇਹ ਹੁੱਕਾ ਪੀਂਦਾ ਸੀ। ਤੇ ਜਿਹੜਾ ਭਾਈ ਤਾਰੂ ਸਿੰਘ ਸੀ ਨਾ, ਉਹ ਆਪਣੇ ਪਿੰਡ ਦੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਸੀ। ਜਿੰਨੇ ਵੀ ਨੌਜਵਾਨ ਹੁੰਦੇ ਉਹ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਭਾਈ ਤੁਸੀਂ ਨਸ਼ੇ ਨਾ ਕਰੋ। ਤੇ ਜਦੋਂ ਕਹਿੰਦੇ ਭਾਈ ਤਾਰੂ ਸਿੰਘ ਨੇ ਲੰਘਣਾ, ਤੇ ਇਹ ਹਰ ਭਗਤ ਨਰੰਜਨੀਆ ਹੁੱਕਾ ਲੈ ਕੇ ਬੂਹੇ ਦੇ ਲਾਗੇ ਬੈਠਾ ਹੁੰਦਾ, ਉਹਨੂੰ ਬੜੀ ਪ੍ਰੇਮ ਦੀ ਗੁੜਤੀ ਦੇਣੀ, ਪਿਆਰ ਨਾਲ ਸਮਝਾਉਣਾ। ਪਰ ਵਿਖਿਆ ਰੰਗ ਉਡਾਵਿਆ ਦਿਸਣ ਸਭੇ ਸ਼ਾਰ। ਜਦੋਂ ਗੁਰੂ ਦੇ ਨਾਮ ਰੰਗ ਚੜ੍ਹ ਜੇ, ਦੁਨਿਆਵੀ ਰੰਗ ਚੰਗੇ ਨਹੀਂ ਲੱਗਦੇ, ਤੇ ਜਦੋਂ ਦੁਨਿਆਵੀ ਰੰਗ ਨਾ ਚੜ੍ਹਨ ਤਾਂ ਫਿਰ ਗੁਰੂ ਦਾ ਪ੍ਰੇਮ ਰੂਪ ਰੰਗ ਨਹੀਂ ਚੰਗਾ ਲੱਗਦਾ। ਹੁਣ ਹਰ ਭਗਤ ਨਰੰਜਨੀਆ ਬੜੀ ਖਾਰ ਖਾਂਦਾ ਸੀ ਤਾਰੂ ਸਿੰਘ ਤੋਂ, ਕਿ ਜਦੋਂ ਆਉਂਦਾ ਇਹ ਮੈਨੂੰ ਮੱਤਾਂ ਦੇਣ ਲੱਗ ਪੈਂਦਾ ਹੈ। ਕੋਈ ਵੀ ਦੁਨੀਆ ਵਿੱਚ, ਸਮਾਜ ਵਿੱਚ, ਪਰਿਵਾਰ ਵਿੱਚ ਕਿਤੇ ਵੀ ਹੈ, ਕੋਈ ਜਿਹੜਾ ਚੰਗਾ ਸ਼ੁਭ ਕਰਮ ਕਰਨ ਵਾਲਾ ਹੋਵੇਗਾ, ਉਹ ਮੇਰੇ ਖਿਆਲ 'ਚ ਤੁਹਾਨੂੰ ਚੰਗਾ ਨਹੀਂ ਲੱਗੇਗਾ। ਹੁਣ ਤਾਰੂ ਸਿੰਘ ਦੇ ਨਾਲ ਉਹ ਖਾਰ ਖਾਂਦਾ ਹੈ। ਤੇ ਜਦੋਂ ਉਹ ਹਰ ਭਗਤ ਨਰੰਜਨੀਆ ਪਹੁੰਚਿਆ ਨਾ ਲਾਹੌਰ, ਉੱਥੇ ਗੱਲ ਚੱਲ ਰਹੀ ਸੀ। ਗੱਲ ਕੀ ਚੱਲਦੀ ਸੀ? ਕਹਿੰਦਾ ਮੈਂ ਸਾਰਿਆਂ ਨੂੰ ਖਤਮ ਕਰ ਦਿੱਤਾ, ਮਾਰ ਦਿੱਤਾ ਹੈ, ਕੋਈ ਵੀ ਸਿੰਘ ਰਿਹਾ ਨਹੀਂ। ਤਾਂ ਹਰ ਭਗਤ ਨਰੰਜਨੀਆ ਕਹਿਣ ਲੱਗਾ, ਕਹਿੰਦੇ ਜ਼ਕਰੀਆ ਖਾਨ ਤੈਨੂੰ ਭੁਲੇਖਾ ਹੈ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਦੇ ਵਿੱਚ ਬੜੇ ਸੋਹਣੇ ਬੋਲ ਲਿਖੇ ਨੇ। ਕਹਿੰਦੇ ਹਰ ਭਗਤ ਨਰੰਜਨੀਆ ਕਹਿਣ ਲੱਗਾ, ਹਰ ਭਗਤ ਨਰੰਜਨੀਏ ਇਉਂ ਕਹੀ, ਭੂਲੇ ਪਿੰਡ ਇੱਕ ਮਾਝੇ ਆਈ, ਤਾਰੂ ਸਿੰਘ ਤੈ ਖੇਤੀ ਕਰੇ, ਸਾਤ ਪਿੰਡ ਉਹ ਪੈਸੇ ਭਰੇ। ਕਹਿੰਦੇ ਪੂਲੇ ਪਿੰਡ ਦੇ ਵਿੱਚ ਇੱਕ ਤਾਰੂ ਸਿੰਘ ਨਾਮ ਦਾ ਵਿਅਕਤੀ ਹੈ। ਉਹ ਕਹਿੰਦਾ ਮੈਂ ਤਾਂ ਸਾਰੇ ਮਾਰ ਦਿੱਤੇ, ਕਹਿੰਦੇ ਮਰੇ ਨਹੀਂ, ਅਜੇ ਵੀ ਟਾਵੇਂ ਟਾਵੇਂ ਸਿੱਖ ਕਹਿੰਦੇ ਉਸ ਪਿੰਡ ਦੇ ਵਿੱਚ ਰਹਿੰਦੇ ਹਨ। ਤੇ ਉਹਨਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਕਹਿੰਦੇ ਤਾਰੂ ਸਿੰਘ, ਕਹਿੰਦੇ ਤਾਰੂ ਸਿੰਘ ਦਾ ਖੇਤੀ ਕਰੇ, ਸਾਤ ਪਿੰਡ ਉਹ ਪੈਸੇ ਭਰੇ, ਦੇ ਹਾਕਮ ਕਛ ਥੋੜਾ ਖਾਵੇ, ਬਚੇ ਸਿੰਘਨ ਪਾਸ ਪਹੁੰਚਾਵੇ, ਹੈ ਉਸਕੇ ਭੈਣ ਅਲਵਾਈ, ਪੀਸ ਕੂਟ ਔਰ ਕਰੇ ਕਮਾਈ। ਕਹਿੰਦੇ ਇੱਕ ਘਰ ਦੇ ਵਿੱਚ ਮਾਂ ਹੈ, ਤੇ ਇੱਕ ਤਾਰੂ ਸਿੰਘ ਆਪ ਹੈ, ਤੇ ਇੱਕ ਤਾਰੂ ਸਿੰਘ ਦੀ ਵਿਧਵਾ ਭੈਣ ਹੈ। ਤਾਰੂ ਕਰਕੇ ਕਹਿੰਦੇ ਇਹ ਤਿੰਨੇ ਜਾਣੇ ਮਾਂ ਪੁੱਤ ਰਲ ਕੇ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ, ਤੇ ਜੰਗਲਾਂ ਦੇ ਵਿੱਚ ਜਾ ਕੇ ਸਿੰਘਾਂ ਨੂੰ ਛਕਾਉਂਦੇ ਨੇ। ਤੇ ਉਹ ਤਿਆਰ ਹੋ ਕੇ ਤੇ ਜ਼ਕਰੀਆ ਖਾਨ ਤੇਰੇ ਬਾਰੇ ਸੋਚ ਰਹੇ ਨੇ ਕਿ ਤੇਰਾ ਆਉਣ ਵਾਲੇ ਸਮੇਂ 'ਚ ਗਾਟਾ ਲਾਉਣਾ ਕਿੱਦਾਂ ਹੈ। ਜਦੋਂ ਹਰ ਭਗਤ ਨਰੰਜਨੀਏ ਨੇ ਇਹ ਸ਼ਿਕਾਇਤ ਕੀਤੀ ਨਾ ਤਾਰੂ ਸਿੰਘ ਦੇ ਪਰਿਵਾਰ ਦੀ, ਤਾਰੂ ਸਿੰਘ ਦੀ, ਤਾਂ ਉਸ ਨੇ ਜ਼ਕਰੀਆ ਖਾਨ ਲੋਹਾ ਦਾਖਾ ਹੋ ਗਿਆ। ਕਹਿੰਦੇ 20 ਫੌਜਦਾਰ ਉਹਨੇ ਭਾਈ ਤਾਰੂ ਸਿੰਘ ਨੂੰ ਪਕੜਨ ਦੇ ਵਾਸਤੇ ਕਹਿੰਦੇ ਪੂਲੇ ਪਿੰਡ ਦੇ ਵੱਲ ਤਿਆਰੀ ਕਰਦੇ ਆ। ਪਰ ਭਾਈ ਤਾਰੂ ਸਿੰਘ ਦੀ ਵਡਿਆਈ ਬੜੀ ਸੀ। ਇੱਕ ਹੋਰ ਘਟਨਾ ਇਤਿਹਾਸ ਵਿੱਚ ਆਉਂਦੀ ਹੈ, ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਕੀਤਾ ਹੈ। ਕਹਿੰਦੇ ਪੱਟੀ ਦਾ ਰਹਿਣ ਵਾਲਾ ਸੀ ਜਾਫਰ ਬੇਗ, ਤੇ ਇਸੇ ਪਿੰਡ ਦਾ ਸੀ ਇੱਕ ਰਹੀਮ ਬਖਸ਼ ਮਾਛੀ। ਮਾਛੀ ਦੇ ਅਰਥ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਸਪਲਾਈ ਕਰਨ ਵਾਲਾ। ਕਹਿੰਦੇ ਰਹੀਮ ਬਖਸ਼ ਦੀ ਇੱਕ ਬੱਚੀ ਹੈ ਜਿਹਦੀ ਉਮਰ ਛੋਟੀ ਉਮਰ ਹੈ, ਤਕਰੀਬਨ 16 ਸਾਲ ਦੀ, ਜਿਹਦਾ ਨਾਮ ਹੈ ਸਲਮਾ ਕਰਕੇ। ਕਹਿੰਦੇ ਜਦੋਂ ਇਹ ਜਾਫਰ ਬੇਗ ਪੱਟੀ ਨਗਰ ਦੇ ਵਿੱਚੋਂ ਦੀ ਲੰਘਿਆ ਨਾ,
ਤਾਂ ਜਦੋਂ ਇਹਨੇ ਦੇਖਿਆ ਕਿ ਬੱਚੀ ਜਾ ਰਹੀ ਹੈ, ਆਪਣੀ ਹੈਂਕੜੀ ਤੇ ਪ੍ਰਗਟਾ ਕਰਕੇ ਕਹਿੰਦੇ ਬੱਚੀ ਨੂੰ ਚੁੱਕ ਕੇ ਮਹਿਲਾਂ ਵਿੱਚ ਲੈ ਗਿਆ। ਇਸ ਕਹਿੰਦੇ ਰਹੀਮ ਬਖਸ਼ ਨੇ ਜਾ ਕੇ ਤਰਲੇ ਲਏ, ਮਿੰਨਤਾਂ ਕੀਤੀਆਂ, ਬੂਹਾ ਦਰਵਾਜ਼ਾ ਭੰਨਿਆ ਕਿ ਮੇਰੀ ਇਸ ਨਿਆਣੀ ਬੱਚੀ ਨੂੰ ਤੁਸੀਂ ਛੱਡ ਦਿਓ। ਉਹ ਕਹਿੰਦਾ ਮੈਂ ਇਹਨੂੰ ਆਪਣੇ ਮਹਿਲਾਂ ਦੀ ਰਾਣੀ ਬੇਗਮ ਬਣਾਉਣਾ ਹੈ। ਕਹਿੰਦੇ ਹੁਕਮ ਕੀਤਾ। ਜਾਫਰ ਬੇਗ ਨੇ ਕਹਿੰਦੇ ਭਾਈ ਰਹੀਮ ਬਖਸ਼ ਨੂੰ ਧੱਕੇ ਮਾਰ ਕੇ ਆਪਣੇ ਮਹਿਲਾਂ ਦੇ ਵਿੱਚੋਂ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਕਹਿੰਦੇ ਰਹੀਮ ਬਖਸ਼ ਜਿਹੜਾ ਸੀ ਨਾ, ਉਹ ਲਾਹੌਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਗਿਆ, ਉੱਥੇ ਗਿੜਗਿੜਾਇਆ, ਤਰਲੇ ਲਏ, ਮਿੰਨਤਾਂ ਕੀਤੀਆਂ, ਪਰ ਕਹਿੰਦੇ ਕੌਣ ਸੁਣਦਾ ਹੈ? ਕਿਉਂਕਿ ਜਿਨ੍ਹਾਂ ਦੇ ਹੱਥ ਵਿੱਚ ਸਰਕਾਰ ਦਰਬਾਰ ਹੈ, ਜਿਨ੍ਹਾਂ ਦੇ ਕੋਲ ਪਾਵਰ ਹੋਵੇ, ਜਿਹੜੇ ਸਾਰੇ ਇੱਕ ਦੂਜੇ ਨਾਲ ਮਿਲੇ ਹੋਵੇ, ਉਹ ਕਿਸੇ ਗਰੀਬ ਦਾ ਬੱਚਾ ਮਾੜੀ ਮੋਟੀ ਗਲਤੀ ਕਰ ਦੇ ਸਾਰੀ ਜ਼ਿੰਦਗੀ ਉਹ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ। ਇਹ ਜਿਹੜੇ ਕਾਨੂੰਨ ਹੁੰਦੇ ਨੇ, ਭਾਵੇਂ ਇਹ ਦੇਸ਼ ਵੀ ਕਿਉਂ ਨਾ ਹੋਵੇ ਤੇ ਭਾਵੇਂ ਉਹ ਦੇਸ਼ ਵੀ ਹੋਣ, ਜਿਨ੍ਹਾਂ ਕੋਲ ਪਾਵਰ ਤਾਕਤ ਹੋਵੇ, ਤੇ ਮੇਰੇ ਖਿਆਲ 'ਚ ਕਈ ਵਾਰੀ ਉਹ ਬੰਦਾ ਜਿੱਤ ਜਾਂਦਾ ਹੈ, ਤੇ ਜਿਹੜਾ ਕੋਈ ਮੁਖਲਿਸ ਹੁੰਦਾ ਹੈ, ਲੋੜਵੰਦ ਹੁੰਦਾ ਹੈ, ਕਈ ਦਫਾ ਉਹ ਹਾਰ ਜਾਂਦਾ ਹੈ। ਪਰ ਕਹਿੰਦੇ ਹੁਣ ਕੌਣ ਸੁਣਦਾ ਜੀ? ਕਹਿੰਦੇ ਉਸ ਸਮੇਂ ਜ਼ਕਰੀਆ ਖਾਨ ਨੇ ਉਸੇ ਵਕਤ ਧੱਕੇ ਮਾਰ ਕੇ ਰਹੀਮ ਬਖਸ਼ ਨੂੰ ਵੀ ਉੱਥੋਂ ਕੱਢ ਦਿੱਤਾ ਗਿਆ। ਕਿਸੇ ਨੇ ਸੁਣੀ ਨਾ, ਹਾਰ ਭਰਾਰਿਆਂ ਕਰਦਾ ਹੋਇਆ ਇਹ ਵਿਚਾਰਾ ਰਹੀਮ ਬਖਸ਼ ਜਦੋਂ ਲਾਹੌਰ ਤੋਂ ਪੱਟੀ ਵੱਲ ਆਉਣ ਲੱਗਿਆ ਤੇ ਰਸਤੇ ਵਿੱਚ ਪੂਲਾ ਪਿੰਡ ਪੈਂਦਾ ਹੈ। ਆਪ ਕਈ ਸਕਦੇ ਉਸ ਇਲਾਕੇ ਦੇ ਹੋਵੋਗੇ। ਰਾਤ ਇੱਥੇ ਹੋ ਗਈ ਰਹੀਮ ਬਖਸ਼ ਨੂੰ। ਉਹ ਕਹਿਣ ਲੱਗਾ ਮੈਂ ਇੱਥੇ ਰਾਤ ਰਵਾਂ, ਸੁਬਾਹ ਹੋਵੇਗੀ ਤੇ ਮੈਂ ਇੱਥੋਂ ਚਲਾ ਜਾਵਾਂਗਾ। ਕਹਿੰਦੇ ਸਾਰੇ ਮੌਕੇ ਦੀ ਹਕੂਮਤ ਦੇ ਕਰਕੇ ਕੋਈ ਵੀ ਕਹਿੰਦੇ ਨੂੰ ਆਪਣੇ ਘਰ ਵਿੱਚ ਰਾਤ ਰੱਖਣ ਵਾਸਤੇ ਤਿਆਰ ਨਹੀਂ। ਪਰ ਕਹਿੰਦੇ ਇੱਕ ਬਜ਼ੁਰਗ ਨੇ ਆਖਿਆ, ਇੱਕ ਤਾਰੂ ਸਿੰਘ ਨਾਮ ਦਾ ਇੱਕ ਵਿਅਕਤੀ, ਇੱਕ ਸਿੱਖ ਹੈ, ਘਰ ਦੇ ਵਿੱਚ ਮਾਂ ਹੈ, ਭੈਣ ਹੈ, ਕਹਿੰਦੇ ਉਹ ਆਏ ਗਏ ਲੋੜਵੰਦ ਅਤਿਥੀ ਦੀ ਸੇਵਾ ਕਰਦੇ ਨੇ, ਤੂੰ ਉਹਦੇ ਘਰ ਚਲਾ ਜਾ। ਕਹਿੰਦੇ ਜਦੋਂ ਇਹ ਰਹੀਮ ਬਖਸ਼ ਭਾਈ ਤਾਰੂ ਸਿੰਘ ਦੇ ਘਰ ਗਿਆ, ਉੱਚੀ ਉੱਚੀ ਰੋਇਆ, ਗਿੜਗਿੜਾਇਆ, ਤੇ ਅੱਗੋਂ ਤਾਰੂ ਸਿੰਘ ਕਹਿੰਦਾ ਵੀ ਤੈਨੂੰ ਕੀ ਹੋਇਆ, ਕੀ ਗੱਲ ਹੈ? ਉਹ ਕਹਿੰਦਾ ਜੀ ਮੇਰੀ ਬੱਚੀ 16 ਸਾਲ ਦੀ ਉਮਰ ਚੁੱਕ ਕੇ ਕਹਿੰਦੇ ਜਾਫਰ ਬੇਗ ਲੈ ਗਿਆ ਮਹਿਲਾਂ ਵਿੱਚ। ਮੈਂ ਲਾਹੌਰ ਤੋਂ ਚੱਲ ਗਿਆ, ਜ਼ਕਰੀਆ ਖਾਨ ਦੀ ਮਿਹਨਤ ਤਰਲ ਕੀਤੀ, ਉਹਨੇ ਵੀ ਮੈਨੂੰ ਮਾਰ ਕੁੱਟ ਕੇ ਕਹਿੰਦੇ ਇੱਥੇ ਭੇਜ ਦਿੱਤਾ ਹੈ। ਮੈਂ ਸੁਣਿਆ ਗੁਰੂ ਨਾਨਕ ਦਾ ਜਿਹੜਾ ਦਰ ਹੈ ਉਹ ਗਰੀਬਾਂ ਦੀ ਬਾਹ ਪਕੜਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ, ਤੇ ਤੁਸੀਂ ਮੇਰੇ ਤੇ ਕਿਰਪਾ ਕਰੋ। ਕਹਿੰਦੇ ਉਸ ਵਕਤ ਭਾਈ ਤਾਰੂ ਸਿੰਘ ਕਹਿੰਦਾ ਤੂੰ ਫਿਕਰ ਨਾ ਕਰ, ਕਿਸੇ ਤਰ੍ਹਾਂ ਦੀ ਵੀ ਲੰਗਰ ਪ੍ਰਸ਼ਾਦਾ ਪਾਣੀ ਉਹਨੂੰ ਛਕਾਇਆ। ਤੈਨੂੰ ਆਖਿਆ ਆਪਾਂ ਅੱਜ ਹੀ ਰਾਤ ਨੂੰ ਜਾ ਕੇ ਸਿੰਘਾਂ ਨੂੰ ਜੰਗਲ ਵਿੱਚ ਮਿਲਦੇ ਆ, ਕਿਉਂਕਿ ਜਿਨ੍ਹਾਂ ਸਿੰਘਾਂ ਨੂੰ ਭਾਈ ਤਾਰੂ ਸਿੰਘ ਦੀ ਔਖੇ ਸਮੇਂ ਲੰਗਰ ਪ੍ਰਸ਼ਾਦਾ ਪਾਣੀ ਉਹਨਾਂ ਦੀ ਸੇਵਾ ਕਰਦਾ ਸੀ, ਤੇ ਫਿਰ ਉਹ ਸਿੰਘ ਦੱਸੋ ਫਿਰ ਹੋਰ ਕਿਹੜੇ ਕੰਮ ਆਉਣੇ? ਜਦੋਂ ਜਾ ਕੇ ਜਥੇਦਾਰ ਜੀ ਨੂੰ ਬੇਨਤੀ ਕੀਤੀ ਤਾਂ ਉਹ ਉਸੇ ਵਕਤ ਕਹਿਣ ਲੱਗੇ ਅਸੀਂ ਇਹ ਲੰਗਰ ਪ੍ਰਸ਼ਾਦਾ ਪਾਣੀ ਬਾਅਦ ਵਿੱਚ ਛਕਾਂਗੇ, ਪਹਿਲਾਂ ਇਹ ਬੱਚੀ ਰਹੀਮ ਬਖਸ਼ ਦੀ ਨਹੀਂ। ਵੇਖੋ ਜਿਹੜਾ ਬੱਚੀ ਨੂੰ ਚੁੱਕ ਕੇ ਲੈ ਗਿਆ ਉਹ ਵੀ ਮੁਸਲਮਾਨ, ਤੇ ਜਿਹਦੀ ਬੱਚੀ ਆ ਉਹ ਵੀ ਮੁਸਲਮਾਨ, ਪਰ ਕਹਿੰਦੇ ਜਿਨ੍ਹਾਂ ਦੇ ਕੋਲ ਫਰਿਆਦ ਕੀਤੀ ਆ ਉਹ ਨਾ ਹਿੰਦੂ ਨੇ ਨਾ ਉਹ ਮੁਸਲਮਾਨ ਨੇ। ਤੇ ਜਿਹੜੇ ਲੋਕ ਸਿੱਖਾਂ ਨੂੰ ਅੱਜ ਵੀ ਜਰਾਇਮ ਪੇਸ਼ਾ ਕੌਮ ਕਹਿੰਦੇ ਨੇ, ਤੇ ਉਹ ਅੱਜ ਕੱਲ੍ਹ ਇਤਿਹਾਸ ਪੜ੍ਹ ਕੇ ਦੇਖਣ, ਕਹਿੰਦੇ ਸਿੱਖ ਇਹ ਨਹੀਂ ਵੇਖਦਾ ਕਿ ਹਿੰਦੂ ਦੀ ਧੀ ਹੈ, ਮੁਸਲਮਾਨ ਦੀ ਧੀ ਹੈ। ਸਿੱਖ ਇਹ ਵੇਖਦਾ ਕਿ ਇਹ ਬੱਚੀ ਹੈ, ਇਹ ਕੇਵਲ ਤੇ ਕੇਵਲ ਇਹ ਸਾਡੀ ਵੀ ਧੀ ਹੈ। ਕਹਿੰਦੇ ਸਿੰਘ ਇਕੱਠੇ ਹੋਏ, ਘੋੜਿਆਂ ਤੇ ਗਏ ਤੇ ਜਾਫਰ ਬੇਗ ਨੂੰ ਪੱਟੀ ਦੇ ਵਿੱਚੋਂ ਮਹਿਲਾਂ ਦੇ ਵਿੱਚੋਂ ਧੂ ਕੇ ਲਿਆਂਦਾ, ਕੱਢ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ, ਤੇ ਉਸ ਰਹੀਮ ਬਖਸ਼ ਦੀ ਬੱਚੀ ਨੂੰ ਭਾਈ ਤਾਰੂ ਸਿੰਘ ਨੇ ਸਿੰਘਾਂ ਦੇ ਜਥੇ ਦੇ ਸਹਿਯੋਗ ਦੇ ਨਾਲ ਰਹੀਮ ਬਖਸ਼ ਦੇ ਘਰੇ ਪਹੁੰਚਾਇਆ। ਇਤਿਹਾਸ ਤਾਂ ਇਹ ਵੀ ਕਹਿੰਦਾ ਭਾਈ ਤਾਰੂ ਸਿੰਘ ਨੇ ਆਪਣੀ ਦਸਵੰਧ ਦੀ ਕਮਾਈ ਦੇ ਵਿੱਚੋਂ ਰਹੀਮ ਬਖਸ਼ ਦੀ ਬੱਚੀ ਸਲਮਾ ਦੀ ਸ਼ਾਦੀ ਡੋਲਾ ਵੀ ਆਪ ਕਹਿੰਦੇ ਉਹਨੇ ਤਿਆਰ ਕੀਤਾ, ਚੁੱਕਿਆ। ਇਹਨੇ ਪਰਉਪਕਾਰੀ ਸਿੱਖਾਂ ਦਾ ਜੀਵਨ ਜਿਨ੍ਹਾਂ ਨੂੰ ਆਪਾਂ ਰੋਜ਼ ਯਾਦ ਕਰਦੇ ਆ। ਇਧਰੋਂ ਕਹਿੰਦੇ ਜ਼ਕਰੀਆ ਖਾਨ ਨੂੰ ਜਦੋਂ ਪਤਾ ਲੱਗਿਆ, ਹਰ ਭਗਤ ਨਰੰਜਨੀਓ ਕਹੀ ਪੂਲੇ ਪਿੰਡ ਮਾਝੇ ਗਾਈ। ਹਰ ਭਗਤ ਨਰੰਜਨੀਆ ਕਹਿੰਦਾ ਪੂਲੇ ਪਿੰਡ ਵਿੱਚ ਇੱਕ ਤਾਰੂ ਸਿੰਘ ਰਹਿੰਦਾ ਹੈ, ਕਹਿੰਦੇ ਉਹ ਆਏ ਨੇ ਅਤਿਥੀਆਂ ਦੀ ਸੇਵਾ ਕਰਦਾ ਹੈ। ਕਹਿੰਦੇ ਤਾਰੂ ਸਿੰਘ ਤੈਂ ਖੇਤੀ ਕਰੇ, ਮਾ ਸਾਤ ਪਿੰਡ ਉਹ ਪੈਸੇ ਭਰੇ। ਕਹਿੰਦੇ ਖੇਤੀਬਾੜੀ ਕਰਦਾ ਪਰ ਸਾਤ ਪਿੰਡ ਭਾਵ ਸਰਕਾਰ ਨੂੰ ਟੈਕਸ ਵੀ ਦਿੰਦਾ ਹੈ, ਇਮਾਨਦਾਰ ਬੜਾ ਹੈ ਆਪਣੇ ਧਰਮ ਦੇ ਪ੍ਰਤੀ। ਪਰ ਕਹਿੰਦੇ ਪਿੰਡ ਦੇ ਲੋਕ ਉਹਨੂੰ ਪਿਆਰ ਬੜਾ ਕਰਦੇ ਨੇ। ਦੇ ਹਾਕਮ ਕਛ ਥੋੜਾ ਖਾਵੇ, ਬਚੇ ਸਿੰਘਨ ਪਾਸ ਬਚਾਵੇ। ਕਹਿੰਦੇ ਜਿਹੜਾ ਬਚ ਜਾਂਦਾ ਹੈ ਨਾ
ਟੈਕਸ ਵੀ ਭਰਦਾ ਹੈ, ਜਿਹੜਾ ਥੋੜਾ ਬਚੇ ਆਪ ਖਾ ਲੈਂਦਾ ਹੈ, ਬਹੁਤਾ ਕਹਿੰਦੇ ਜੰਗਲਾਂ ਦੇ ਵਿੱਚ ਸਿੰਘਾਂ ਨੂੰ ਜਾ ਕੇ ਦਿੰਦਾ ਹੈ, ਲੋੜਵੰਦਾਂ ਦੀ ਉਹ ਸੇਵਾ ਕਰਦਾ ਹੈ। ਜਦੋਂ ਭਾਈ ਤਾਰੂ ਸਿੰਘ ਪਹਿਲਾਂ ਲੀੜਾ ਕੱਪੜਾ ਵਸਤਰ ਦਿੰਦਾ ਸੀ ਜਾ ਕੇ ਜੰਗਲਾਂ ਵਿੱਚ ਸਿੰਘਾਂ ਨੂੰ, ਤਾਂ ਉਸ ਵਕਤ ਕਹਿੰਦੇ ਉਹਨਾਂ ਦੀ ਹਾਲਤ ਵੇਖ ਕੇ ਭਾਈ ਤਾਰੂ ਸਿੰਘ ਨੇ ਆਪਣੀ ਮਾਂ ਦੇ ਕੋਲ ਜਾ ਕੇ ਆਖਿਆ, ਮਾਂ ਮੇਰੀਏ, ਕਹਿੰਦੇ ਇਹ ਸਿੰਘ ਸਾਡੇ ਲਈ ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਲੀੜਾ ਕੱਪੜਾ ਤੇ ਆਪਾਂ ਦੇ ਦਿੰਦੇ ਹਾਂ, ਮੇਰੀ ਅੱਜ ਇੱਛਾ ਹੈ ਕਿ ਇਹਨਾਂ ਦੇ ਲਈ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਹੋਵੇ, ਇਹਨਾਂ ਭੁੱਖਿਆਂ ਨੂੰ ਛਕਾਈਏ, ਇਹ ਸਾਡੇ ਲਈ ਜਾਨਾਂ ਹਰੂਣ ਕੇ ਦਿਨ ਰਾਤ ਇਹ ਆਜ਼ਾਦੀ ਦੀ ਜੰਗ ਲੜ ਰਹੇ ਨੇ ਕੌਮ ਲਈ, ਪੰਥ ਲਈ। ਕਹਿੰਦੇ ਜਦੋਂ ਇਹ ਗੱਲ ਕਹੀ ਤੇ ਭਾਈ ਤਾਰੂ ਸਿੰਘ ਦੀ ਮਾਤਾ ਦੇ ਅੱਖਾਂ ਦੇ ਵਿੱਚ ਕਹਿੰਦੇ ਹੰਝੂ ਚੱਲਣੇ ਸ਼ੁਰੂ ਹੋ ਗਏ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਭਾਈ ਤਾਰੂ ਸਿੰਘ ਕਹਿੰਦਾ, ਮਾਂ ਮੈਂ ਕੋਈ ਗਲਤ ਕੋਈ ਉੱਚਾ ਨੀਵਾਂ ਲਫ਼ਜ਼ ਬੋਲ ਦਿੱਤਾ ਜਿਸ ਕਰਕੇ ਤੇਰੀਆਂ ਅੱਖਾਂ ਵਿੱਚ ਵਿਰਾਗ ਆ ਗਿਆ। ਕਹਿੰਦੇ ਮਾਂ ਕਹਿਣ ਲੱਗੀ, ਮਾਂ ਧਰਮ ਕੌਰ ਕਹਿਣ ਲੱਗੀ, ਪੁੱਤਰਾ ਜਿਹੜਾ 25 ਸਾਲ ਮੈਂ ਤੈਨੂੰ ਪਾਲਿਆ ਪੋਸਿਆ, ਮਿਹਨਤ ਕੀਤੀ, ਲੋਰੀਆਂ ਦਿੱਤੀਆਂ, ਸਾਕਾ ਚਮਕੌਰ ਸਿੰਘ, ਸਾਕਾ ਚਮਕੌਰ ਸਾਹਿਬ, ਸਾਕਾ ਸਰਹੰਦ, ਕਹਿੰਦੇ ਇਹ ਸਾਰੀਆਂ ਲੋਰੀਆਂ, ਇਹ ਸਾਰਾ ਇਤਿਹਾਸ ਭਾਈ ਤਾਰੂ ਸਿੰਘ ਦੀ ਮਾਂ ਨੇ ਭਾਈ ਤਾਰੂ ਸਿੰਘ ਦੇ ਕੰਨਾਂ ਦੇ ਵਿੱਚ ਪਾਇਆ ਹੋਇਆ ਸੀ। ਉਹ ਸਾਰਾ ਅੱਜ ਪ੍ਰਵਾਨ ਹੋ ਗਿਆ, ਕਿਉਂਕਿ ਤੂੰ ਕਹਿੰਦਾ ਵੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਨੂੰ ਛਕਾਈਏ, ਤਾਂ ਮਾਂ ਬੜੀ ਖੁਸ਼ ਹੋਈ। ਇਤਿਹਾਸ ਇਹ ਕਹਿੰਦੇ ਮਾਂ ਤੇ ਭੈਣ ਦੋਵੇਂ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ। ਹੈਰਾਨਗੀ ਦੀ ਗੱਲ ਮੈਂ ਕਹਿੰਦਾ, ਕਿੰਨੀਆਂ ਵੱਡੀਆਂ ਉਹ ਮਾਵਾਂ ਸਨ, ਸਿੱਧਕ ਵਾਲੀਆਂ। ਇਤਿਹਾਸ ਇਹ ਕਹਿੰਦਾ ਉਹ ਕੰਡਿਆਂ ਤੇ ਚੱਲਦੇ ਨੇ, ਕੰਡੇ ਵੱਜਦੇ ਨੇ, ਕੰਡੇ ਚੁਭਦੇ ਨਹੀਂ। ਕਿਉਂ ਨਹੀਂ ਚੁਭਦੇ? ਕਿਉਂਕਿ ਸਿੱਧਕ ਉਹਨਾਂ ਨੂੰ ਕੰਡਿਆਂ ਦੀ ਪੀੜ ਮਹਿਸੂਸ ਨਹੀਂ ਹੋਣ ਦਿੰਦਾ। ਸ਼ਾਮ ਦਾ ਵਕਤ ਹੈ, ਵੇਖੋ ਆਪਣੇ ਨੌਜਵਾਨ ਧੀ ਪੁੱਤਰ ਨੂੰ ਆਪਾਂ ਘਰੋਂ ਬਾਹਰ ਨਹੀਂ ਜਾਣ ਦਿੰਦੇ, ਦੋਵਾਂ ਨੂੰ ਇੱਕ ਭੰਡੋਰ ਵਿੱਚ ਇੱਕ ਟੋਕਰੇ ਵਿੱਚ ਕਹਿ ਲੋ ਪ੍ਰਸ਼ਾਦਾ ਪਾਣੀ ਰੱਖ ਕੇ, ਕਹਿੰਦੇ ਭੈਣ ਜਿਹੜੀ ਤਾਰੂ ਹੈ ਉਹ ਚੁੱਕ ਲੈਂਦੀ ਹੈ, ਕੁਝ ਸਮਾਨ ਕਹਿੰਦੇ ਭਾਈ ਤਾਰੂ ਸਿੰਘ ਚੁੱਕ ਲੈਂਦਾ ਹੈ। ਜੰਗਲਾਂ ਦੇ ਵਿੱਚ ਜਿਹੜੇ ਆਜ਼ਾਦੀ ਦੀ ਜੰਗ ਲੜ ਰਹੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਕਹਿੰਦੇ ਭਾਈ ਤਾਰੂ ਸਿੰਘ ਬੜਾ ਖੁਸ਼ ਹੁੰਦਾ ਹੈ, ਮਾਂ ਬੜੀ ਖੁਸ਼ ਹੁੰਦੀ ਹੈ, ਧੀ ਬੜੀ ਖੁਸ਼ ਹੁੰਦੀ ਹੈ। ਇਤਿਹਾਸ ਇਹ ਕਹਿੰਦਾ ਇਧਰੋਂ ਜਦੋਂ ਪਤਾ ਲੱਗਿਆ ਨਾ ਜ਼ਕਰੀਆ ਖਾਨ ਨੂੰ, ਕਹਿੰਦੇ ਬਚੇ ਸਿੰਘ ਪਾਸ ਪੁਚਾਵੇ, ਕਹਿੰਦੇ ਉਹਨਾਂ ਦੇ ਘਰ ਵਿੱਚ ਹੋਰ ਕੌਣ ਹੈ। ਜ਼ਕਰੀਆ ਖਾਨ ਹਰਭਗਤ ਨਿਰੰਜਨੀ ਨੂੰ ਪੁੱਛਦਾ ਹੈ ਵੀ ਉਹਨਾਂ ਦੇ ਘਰ ਦੇ ਵਿੱਚ ਕੌਣ ਹੈ, ਦੱਸ ਹਰਭਗਤ ਨਿਰੰਜਨੀਏ, ਕਿਉਂਕਿ ਇਹ ਟੌਰ ਸੀ ਸਰਕਾਰ ਦਾ। ਉਹਨਾਂ ਸਮਿਆਂ ਦੇ ਵਿੱਚ ਵੀ ਬੜੇ ਟੌਰ ਜਿਹੜੇ ਟੌਟੀ ਕਰਦੇ ਸਨ, ਉਹ ਰਹਿੰਦੇ ਸਨ ਸੰਸਾਰ ਦੇ ਵਿੱਚ, ਪਰ ਸਾਰੀ ਗੱਲਬਾਤ ਪਿੰਡ ਦੇ ਨੁਕਸਾਨ ਦੀ, ਆਪਣੇ ਨਫੇ ਦੀ ਸਭ ਕੁਝ ਜਾ ਕੇ ਟੌਟੀ ਕਰਦੇ ਸਨ। ਇਤਿਹਾਸ ਕਹਿੰਦਾ 22 ਟੌਰ 52 ਟੌਰ ਗਿਆਨੀ ਗਿਆਨ ਸਿੰਘ ਨੇ ਲਿਖਿਆ 52 ਟੌਰ ਸਨ ਜ਼ਕਰੀਆ ਖਾਨ ਨੇ ਪੂਰੇ ਦੇਸ਼ ਵਿੱਚ ਛੱਡੇ, ਤੇ ਉਹਨਾਂ ਟੌਟਾਂ ਵਿੱਚੋਂ ਸਿਰੇ ਦਾ ਟੌਟ ਮੁਖਬਰ ਜਿਹਨੂੰ ਆਪਾਂ ਕਹਿੰਦੇ ਹਰਭਗਤ ਨਿਰੰਜਨੀਆ ਸੀ। ਉਹਨੂੰ ਪੁੱਛਿਆ ਕਿ ਹੋਰ ਕੌਣ ਹੈ ਘਰ ਵਿੱਚ? ਉਹ ਕਹਿੰਦਾ ਉਸ ਤੇ ਭੈਣ ਹਰਮਾਈ, ਪੀਸ ਕੂਟ ਹਰ ਕਰੇ ਕਮਾਈ, ਆਪ ਖਾਵੇ ਉਹ ਰੁੱਖੀ ਮਿੱਸੀ, ਮੋਟਾ ਪੈਰ ਆਪ ਰਹੇ ਲਿਸੀ। ਕਹਿੰਦੇ ਘਰ ਵਿੱਚ ਇੱਕ ਮਾਂ ਤੇ ਇੱਕ ਵਿਧਵਾ ਭੈਣ ਹੈ, ਪਤੀ ਚੜਾਈ ਕਰ ਗਿਆ ਸੀ ਪਰ ਹੌਸਲਾ ਨਹੀਂ ਛੱਡਿਆ। ਕਹਿੰਦੇ ਘਰ ਵਿੱਚ ਆ ਨਹੀਂ, ਪਰ ਕਹਿੰਦੇ ਆਪ ਰੁੱਖਾ ਮਿੱਸਾ ਖਾ ਲੈਂਦੇ ਨੇ, ਪਰ ਕਹਿੰਦੇ ਜਿਹੜਾ ਬਚ ਜਾਂਦਾ ਹੈ ਨਾ ਜੰਗਲਾਂ ਵਿੱਚ ਸਿੰਘਾਂ ਦੀ ਸੇਵਾ ਕਰਦੇ ਨੇ। ਹੈ ਉਸ ਤੇ ਭੈਣ ਅਰਵਾਈ, ਪੀਸ ਕੂਟ ਹਰ ਕਰੇ ਕਮਾਈ, ਕਹਿੰਦੇ ਆਟਾ ਪੀ ਕੇ ਦਾਣਾ ਪੀ ਕੇ ਲੰਗਰ ਤਿਆਰ ਕਰਕੇ ਉਹਨਾਂ ਨੂੰ ਛਕਾ ਰਹੇ ਨੇ ਜਿਹੜੇ ਆਜ਼ਾਦੀ ਦੇ ਲਈ ਜੂਝਦੇ ਪਏ ਨੇ। ਇਤਿਹਾਸ ਇਹ ਕਹਿੰਦੇ ਮੋਟਾ ਪੈਰ ਆਪ ਰਹਿ ਲਿਸੀ, ਜੋ ਬਚੈ ਸੋ ਸਿੰਘਨ ਦੇਵੈ, ਓਏ ਬਿਨ ਸਿੰਘਨ ਤੇ ਔਰ ਨ ਸੇਵੈ। ਕਹਿੰਦੇ ਜਿਹੜਾ ਬਚ ਜਾਂਦਾ ਨਾ ਮਾੜਾ ਮੋਟਾ ਉਹ ਪਏ ਆਪ ਖਾਂਦੇ ਨੇ ਬਾਅਦ ਵਿੱਚ, ਪਰ ਪਹਿਲੋਂ ਕਹਿੰਦੇ ਉਹ ਸਿੰਘਾਂ ਨੂੰ ਜਾ ਕੇ ਪਹੁੰਚਾਉਂਦੇ ਨੇ। ਤੇ ਅੱਗੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਸਿੰਘਾਂ ਔਰ ਨਾ ਸੇਵੈ, ਸਿੰਘਾਂ ਤੋਂ ਬਿਨਾ ਇਹ ਜੀ ਵੀ ਕੋਈ ਕਿਸੇ ਕਬਰ ਦੀ ਜਾਂ ਮੜੀ ਮੱਠ ਦੀ ਪੂਜਾ ਕਰਦੇ ਨੇ ਵੀ ਐਵੇਂ ਖੁੱਡਾਂ ਦੇ ਵਿੱਚ ਦੁੱਧ ਤੇ ਸੇਵੀਆਂ ਧੱਕੀ ਜਾਂਦੇ ਨਹੀਂ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਉਹ ਸਿੰਘਾਂ ਦੀ ਸੇਵਾ, ਲੋੜਵੰਦਾਂ ਦੀ ਸੇਵਾ ਕਰਦੇ। ਅੱਗੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਬਾਗ ਸਲਾਮਤ ਮੁੰਡੇ ਕਾਨ, ਰੋਟ ਸੀਰਨੀ ਪੀਰ ਨ ਖਾਨ। ਕਹਿੰਦੇ ਹੋਰ ਕਿਸੇ ਨੂੰ ਨਹੀਂ ਮੰਨਦੇ, ਕਿਸੇ ਪੀਰ ਦਾ ਰੋਟ ਲਾਲਾਂ ਵਾਲੇ ਦਾ ਉਹ ਨਹੀਂ ਸੁੱਕਦੇ। ਕਿਸੇ ਹੁਣ ਦੇਖ ਲਓ ਹੁਣ ਨਹੀਂ ਸਿੱਖ ਸੁੱਕਦੇ ਹੋਣਗੇ, ਤੁਸੀਂ ਮਾਝਾ ਮਾਲਵਾ ਦੁਆਬਾ ਭਾਵੇਂ ਸਾਰੇ ਨਜ਼ਰ ਮਾਰ ਲਓ, ਜਿੰਨੀਆਂ ਕਬਰਾਂ ਪੱਕੀਆਂ
ਅਸੀਂ ਸਿੱਖਾਂ ਨੇ ਕਰਵਾਈਆਂ, ਹੋ ਸਕਦਾ ਹੋਰਨਾਂ ਕਿਸੇ ਨੇ ਕਰਵਾਈਆਂ ਹੋਣ। ਜਿੰਨੀਆਂ ਕਬਰਾਂ, ਜਿੰਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਸ਼ਰੀਕ ਅਸੀਂ ਲੋਕਾਂ ਨੇ ਪੈਦਾ ਕੀਤੇ, ਕਹਿੰਦੇ ਮੇਰੇ ਖਿਆਲ 'ਚ ਹੋਰ ਨਹੀਂ ਕਿਸੇ ਨੇ ਕੀਤੇ। ਉਹਨੇ ਭਾਈ ਤਾਰੂ ਸਿੰਘ ਦੀ ਵੇਖੋ ਵਡਿਆਈ ਉਹ ਹੁੰਦੀ ਹੈ ਜਿਹੜੀ ਦੁਸ਼ਮਣ ਕਰੇ। ਆਪ ਦੀ ਵਡਿਆਈ ਤੇ ਮੈਂ ਨਹੀਂ ਕਰੂੰ ਕਿ ਮੈਂ ਕਥਾ ਵਧੀਆ ਕਰਨਾ, ਭਾਈ ਸਾਹਿਬ ਕਹਿਣਗੇ ਮੈਂ ਕੀਰਤਨ ਵਧੀਆ ਕਰਨਾ, ਕੋਈ ਕਹੇਗਾ ਵੀ ਅਸੀਂ ਸੇਵਾ ਵਧੀਆ ਕਰਦੇ ਆ। ਤਾਰੀਫ ਉਹ ਹੁੰਦੀ ਹੈ ਜਿਹਦੀ ਤਾਰੀਫ ਦੁਸ਼ਮਣ ਵੀ ਕਰੇ। ਹੁਣ ਹਰ ਭਗਤ ਨਿਰੰਜਨੀਆਂ ਭਾਵੇਂ ਤਾਰੂ ਸਿੰਘ ਦੇ ਨਾਲ ਜ਼ਹਿਰ ਸੀ ਈਰਖਾ ਕਰਦੇ, ਪਰ ਕਹਿੰਦੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਤਾਰੂ ਸਿੰਘ ਦੀ ਵਡਿਆਈ ਕਰਦਾ ਪਿਆ। ਕਹਿਣ ਲੱਗਿਆ ਬਾਗ ਸਲਾਮਤ ਮੁੰਦੇ ਕਾਨ, ਰੋਡ ਸੀਰਨੀ ਪੀਰ ਨ ਖਾਨ। ਕਹਿੰਦੇ ਕੋਈ ਰੋਡ ਨਹੀਂ ਸੁੱਟਦੇ, ਕੋਈ ਰੋਡ ਨਹੀਂ ਪਕਾਉਂਦੇ, ਕੋਈ ਬਣੇ ਹੋਏ ਰੋਡ ਨਹੀਂ ਖਾਂਦੇ, ਕਿਸੇ ਗੁੱਗੇ ਭੁੱਗੇ ਕਿਸੇ ਨੂੰ ਨਹੀਂ ਮੰਨਦੇ। ਫਿਰ ਕਰਦੇ ਕੀ ਨੇ? ਕਹਿੰਦੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਸ਼ਬਦ ਚਮਕੀ ਗੁਰ ਆਪਣੇ ਕੀ ਕਰੇ, ਸੋ ਮਰਨੇ ਤੇ ਨੈਕ ਨਾ ਡਰੇ। ਕਹਿੰਦੇ ਆਪਣੇ ਗੁਰੂ ਦੇ ਸ਼ਬਦ ਦੀ ਚੌਂਕੀ ਭਰਦੇ ਨੇ, ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈਂਦੇ ਨੇ। ਹਰ ਭਗਤ ਨਿਰੰਜਨੀਆਂ ਕਹਿੰਦਾ ਜ਼ਕਰੀਆ ਖਾਨ ਤੇਰੇ ਤੋਂ ਵੀ ਨਹੀਂ ਡਰਦੇ, ਤੇਰੇ ਵਰਗੇ ਭਾਵੇਂ 2900 ਆ ਜਾਣ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਕਿਉਂਕਿ ਓਟ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੀ ਲਈ ਹੈ। ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਹੋਰ ਕੀ ਕਰਦੇ ਨੇ? ਕਹਿੰਦੇ ਗੰਗਾ ਜਮਨਾ ਨਿਕਟ ਨਾ ਜਾਵੇ। ਕਹਿੰਦੇ ਕਿਸੇ ਗੰਗਾ ਤੇ ਮੱਥਾ ਨਹੀਂ ਟੇਕਦੇ, ਕਿਸੇ ਜਮਨਾ ਦੀ ਪੂਜਾ ਨਹੀਂ ਕਰਦੇ। ਤੇ ਕੀ ਕਰਦੇ ਨੇ? ਆਪਣੇ ਗੁਰੂ ਕੀ ਛਪੜੀ ਨਾਵੇ। ਕਿਉਂਕਿ ਉਸ ਵਿੱਚ ਛਪੜੀ ਭਾਵ ਸਰੋਵਰ, ਗਿਆਨੀ ਗਿਆਸੀ ਕੇਵਲ ਸਮਝਾਉਣ ਦਾ ਤਰੀਕਾ ਉਹਨਾਂ ਦੀ ਭਾਸ਼ਾ ਵਿੱਚ, ਕਿਉਂਕਿ ਉਹਨਾਂ ਨੂੰ ਸਰੋਵਰ ਬਾਰੇ ਨਹੀਂ ਪਤਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਗੰਗਾ ਜਮਨਾ ਨਿਕਟ ਨਾ ਜਾਵੇ, ਆਪਣੇ ਗੁਰੂ ਕੀ ਛਪੜੀ ਨਾਵੇ। ਗੁਰੂ ਦੇ ਸ਼ਬਦ ਦਾ ਓਟ ਆਸਰਾ ਤੱਕਦੇ ਨੇ ਤੇ ਗੁਰੂ ਦੇ ਸਰੋਵਰ ਨੂੰ ਬਹੁਤ ਉੱਤਮ ਤੇ ਮਹਾਨ ਮੰਨਦੇ ਨੇ। ਗੁਰੂ ਦੇ ਸ਼ਬਦ ਦੀ ਬਾਣੀ ਦਾ ਓਟ ਆਸਰਾ ਲੈ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਨੇ। ਇਸ ਲਈ ਕਹਿੰਦੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਗੰਗਾ ਜਮਨਾ ਨਿਕਟ ਨਾ ਜਾਵੇ, ਆਪਣੇ ਗੁਰ ਕੀ ਛਪੜੀ ਨਾਵੇ। ਜਗन्नाथ को टुंडा आखे, राम कृष्ण को जप न पाखे। कहते जगन्नाथ को टुंडा आखे, किसी जगन्नाथ दी ਉਹ ਯਾਤਰਾ ਨਹੀਂ ਕਰਦੇ। ਸਿੱਖ ਅਨੰਦਪੁਰ ਸਾਹਿਬ ਬਾਅਦ ਵਿੱਚ ਜਾਂਦੇ ਨੇ, ਸਿੱਧੇ ਨੈਣਾ ਦੇਵੀ ਜਾਂਦੇ। ਕਹਿੰਦੇ ਉੱਥੇ ਜਦੋਂ ਚੜ੍ਹਾਈ ਚੜਾਂਗੇ ਭੁੱਖ ਲੱਗੂਗੀ, ਗੋਡੇ ਦੁਖਣਗੇ, ਫੇਰ ਆ ਕੇ ਅਨੰਦਪੁਰ ਲੰਗਰ ਛਕਾਂਗੇ। ਫਿਰ ਪਹਿਲਾਂ ਨਹੀਂ, ਪਹਿਲਾਂ ਸਿੱਧੇ ਜਾਂਦੇ ਤਾਂ ਨੂੰ, ਫਿਰ ਆਉਂਦੇ ਆ ਇਧਰ ਅਨੰਦਪੁਰ ਸਾਹਿਬ ਕਰਨੀ। ਇਹਨਾਂ ਤਾਂ ਬੇਨਤੀ ਕਰਨਗਾ ਉਦੋਂ ਸਿੰਘਾਂ ਦਾ ਇਤਿਹਾਸ ਪੜੋ ਤੇ ਅਜੋਕੇ ਸਿੱਖਾਂ ਨੂੰ ਤੁਸੀਂ ਵੇਖ ਲਓ। ਕਹਿੰਦੇ ਜਗन्नाथ ਕੋ ਟੁੰਡਾ ਆਕੇ, ਕਹਿੰਦੇ ਅਸੀਂ ਜਗन्नाथ ਤੋਂ ਕੁਝ ਨਹੀਂ ਲੈਣਾ। ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੇ, ਕਿਸੇ ਹਿੰਦੂ ਦੇਵੀ ਦੇਵਤਿਆਂ ਦਾ ਉਹ ਜਾਪ ਮੰਤਰ ਨਹੀਂ ਜਪਦੇ। ਜਿਹੜੇ ਹੁਣ ਦੇ ਸਿੱਖ ਨਹੀਂ ਲੈਂਦੇ ਹੁਣ ਦੇ ਮੰਤਰ, ਹੁਣ ਤੇ ਸਾਰਿਆਂ ਨੂੰ ਲਈ ਫਿਰਦੇ ਨੇ, ਕੋਈ ਕਿਸੇ ਤੋਂ ਕੋਈ ਕਿਸੇ ਤੋਂ। ਇਹ ਹੁਣ ਦੁਸ਼ਮਣ ਵਡਿਆਈ ਕਰਦਾ ਪਿਆ ਭਾਈ ਤਾਰੂ ਸਿੰਘ ਦੀ ਤੇ ਉਸ ਨੇ ਮੌਜੂਦਾ ਸਿੰਘਾਂ ਦੀ, ਜਿਹੜੇ ਕਹਿੰਦੇ ਆਜ਼ਾਦੀ ਦੀ ਜੰਗ ਲੜਦੇ। ਅੱਜ ਜੇ ਅਸੀਂ ਘਰਾਂ ਵਿੱਚ ਸੁੱਖ ਚੈਨ ਵੇਖੋ, ਜੇ ਅੱਜ ਅਸੀਂ ਇਸ ਮੁਲਕ ਵਿੱਚ ਬੈਠੇ ਆ ਨਾ, ਤਾਂ ਗਦੀ ਬਾਬੇ ਨੇ ਆਜ਼ਾਦੀ ਦੀ ਇੱਥੇ ਜੰਗ ਲੜੀ, ਇੱਥੋਂ ਸਭ ਕੁਝ ਤਿਆਰ ਕੀਤਾ ਤੇ ਉਸ ਦੇਸ਼ ਵਿੱਚ ਗਏ। ਇੱਥੇ ਵੀ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਕਿਉਂਕਿ ਮੈਂ ਜਿੱਦਾਂ ਪੜ੍ਹਿਆ ਤੇ ਮੈਂ ਸੁਣਿਆ ਕਿ ਇੱਥੇ ਕੋਈ ਘਰ ਨਹੀਂ ਸੀ ਖਰੀਦ ਸਕਦਾ, ਕੋਈ ਜਗ੍ਹਾ ਜਿੱਦਾਂ ਦੁਬਈ ਵਿੱਚ ਹੁੰਦਾ। ਇਹ ਸਭ ਉਹਨਾਂ ਦੀ ਮਿਹਰ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰਕੇ ਤੇ ਉਹਨਾਂ ਯੋਧਿਆਂ ਦੀ ਦੇਣ। ਵੇਖੋ ਕਿਸੇ ਨੂੰ ਜੇ ਕੁਝ ਦੇਣਾ ਤੇ ਆਪਣਾ ਆਪ ਤੇ ਮਿਟਾਉਣਾ ਹੀ ਪਏਗਾ, ਆਪਣਾ ਆਪ ਤੇ ਕੁਰਬਾਨ ਕਰਨਾ ਹੀ ਪਏਗਾ। ਹਰ ਭਗਤ ਨਿਰੰਜਨੀ ਨੇ ਜਦੋਂ ਸ਼ਿਕਾਇਤ ਕੀਤੀ, ਉਸੇ ਵਿਸ਼ੇ ਵੱਲ ਆ ਜਾਈਏ। ਜ਼ਕਰੀਆ ਖਾਨ ਨੇ ਉਸ ਵਕਤ ਕਹਿੰਦੇ 22 ਘੋੜ ਸਵਾਰ ਕਹਿੰਦੇ ਪੂਲੇ ਪਿੰਡ ਵਿੱਚ ਪਹੁੰਚੇ। ਦਗੜ ਦਗੜ ਕਰਦੇ ਜਦੋਂ ਉਹ ਪੂਲੇ ਪਿੰਡ ਆ ਗਏ, ਪਿੰਡ ਦੇ ਲੋਕ ਵੇਖਦੇ ਨੇ ਕਿ ਇਹ ਕੌਣ ਆਏ ਨੇ। ਜਾ ਕੇ ਕਹਿੰਦੇ ਦਰਵਾਜ਼ਾ ਖੜਕਾਇਆ। ਮਾਤਾ ਧਰਮ ਕੌਰ ਨੇ ਜਿਉਂ ਹੀ ਦਰਵਾਜ਼ਾ ਖੋਲਿਆ ਤੇ ਲਾਲ ਪੀਲੀਆਂ ਉਹਨੇ ਅੱਖਾਂ ਕੀਤੀਆਂ ਨੇ। ਮਾਤਾ ਜੀ ਬੜੇ ਪਿਆਰ ਦੇ ਨਾਲ ਕਹਿੰਦੇ ਆਓ ਜੀ ਆਇਆਂ ਨੂੰ ਕੀ ਚਾਹੀਦਾ ਤੁਹਾਨੂੰ? ਉਹ ਕਹਿੰਦੇ ਤਾਰੂ ਸਿੰਘ ਕਿੱਥੇ ਹੈ? ਤੇ ਮਾਤਾ ਨੂੰ ਕਹਿੰਦੇ ਵੇਖੋ ਜੀਵਨ ਕੈਸਾ ਸੀ ਸਿਰਫ ਕਿੰਨਾ। ਉਹ ਕਹਿੰਦੀ ਤਾਰੂ ਸਿੰਘ ਬਾਹਰ ਵਿੱਚ ਦੱਸਾਂਗੇ, ਮੇਰਾ ਲੰਗਰ ਪ੍ਰਸ਼ਾਦਾ ਪਾਣੀ ਛਕੋ, ਲੰਗਰ ਤਿਆਰ ਹੈ, ਤੁਸੀਂ ਛਕੋ, ਬੈਠੋ, ਆਰਾਮ ਕਰੋ। ਜਦੋਂ ਕਹਿੰਦੇ ਇਹ ਬੋਲ ਵੇਖੋ, ਬੋਲਣ ਕਰਕੇ ਤੁਹਾਡਾ ਸੰਬੰਧ ਜੁੜਦਾ ਹੈ ਤੇ ਬੋਲਣ ਕਰਕੇ ਤੁਹਾਡਾ ਸੰਬੰਧ ਟੁੱਟਦਾ ਹੈ। ਮੁੱਦਤਾਂ ਦੀ ਦੁਸ਼ਮਣੀ ਮਿੱਠੇ ਬੋਲ ਦੇ ਨਾਲ ਮਿੱਤਰਤਾ ਦੇ ਵਿੱਚ ਬਦਲ ਜਾਂਦੀ ਹੈ। ਮੁੱਦਤਾਂ ਦੀ ਮਿੱਤਰਤਾ ਜਿਹੜੀ
ਦੁਸ਼ਮਣੀ ਵਿੱਚ ਤਬਦੀਲ ਹੋ ਜਾਂਦੀ ਹੈ। ਸਿਰਫ ਇੱਕ ਬੋਲ ਕਰਕੇ ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਕਿਉਂਕਿ ਬੋਲਣ ਕਰਕੇ ਸੰਬੰਧ ਜੁੜਦੇ ਨੇ, ਬੋਲਣ ਕਰਕੇ ਸੰਬੰਧ ਟੁੱਟਦੇ ਨੇ। ਦੁਨੀਆ ਨਾਲ ਵੀ ਬੋਲਣ ਕਰਕੇ ਸੰਬੰਧ ਜੁੜਨਗੇ ਤੇ ਗੁਰੂ ਨਾਲ ਵੀ ਸੰਬੰਧ ਬੋਲਣ ਕਰਕੇ ਜੁੜਨਗੇ ਤੇ ਗੁਰੂ ਦੇ ਨਾਲੋਂ ਹੀ ਸੰਬੰਧ ਇੰਜ ਕਹਿ ਲੋ ਕੌੜਾ ਬੋਲਣ ਕਰਕੇ ਇਧਰੋਂ ਵੀ ਟੁੱਟ ਜਾਣਗੇ। ਜਿਵੇਂ ਮੈਂ ਅੱਜ ਕਰ ਲੱਗਾ ਸੀ, ਕਹਿੰਦੇ ਉਸ ਨੇ ਮਾਂ ਨੇ ਬੜੀ ਆਖਿਆ ਸੇਵਾ ਕਰਦੀ ਆ, ਲੰਗਰ ਪ੍ਰਸ਼ਾਦਾ ਪਾਣੀ ਛਕੋ। ਇੰਨੀ ਗੱਲ ਕਹੀ ਤੇ ਉਹ ਜਿਹੜੇ ਆਏ ਨੇ ਨਾ ਅਹਿਲਕਾਰ ਉਹ ਬਿਲਕੁਲ ਪਸੀਜ ਗਏ। ਇੰਨੀ ਕੁ ਧੀਰਜਤਾ ਆ ਗਈ, ਉਹਨਾਂ ਦੇ ਅੰਦਰੋਂ ਗੁੱਸਾ ਤਬਦੀਲ ਹੋ ਗਿਆ। ਉਹ ਕਹਿਣ ਲੱਗੇ ਮਾਂ ਅਸੀਂ ਆ ਸਿਪਾਹੀ ਸਰਕਾਰ ਦੇ, ਅਸੀਂ ਆ ਮਜਬੂਰ, ਤੇਰੀ ਭਾਵਨਾ ਪ੍ਰੇਮ ਦੇਖ ਕੇ ਸਾਨੂੰ ਪਤਾ ਵੀ ਤੇਰੇ ਪੁੱਤਰ ਦਾ ਕਸੂਰ ਕੋਈ ਨਹੀਂ, ਪਰ ਕਹਿੰਦੇ ਤਾਰੂ ਸਿੰਘ ਨੂੰ ਸਾਡੇ ਨਾਲ ਜਾਣਾ ਪਏਗਾ, ਨਹੀਂ ਜ਼ਕਰੀਆ ਖਾਨ ਨੇ ਸਾਨੂੰ ਵੀ ਛੱਡਣਾ। ਕਹਿੰਦੇ ਪਿੰਡ ਦੇ ਲੋਕ ਇਕੱਠੇ ਹੋ ਕੇ ਆ ਗਏ ਨੇ। ਉਹ ਕਹਿੰਦੇ ਅਸੀਂ ਜਾਣ ਨਹੀਂ ਦੇਣਾ। ਜਦੋਂ ਕਹਿੰਦੇ ਤਿੰਨਾਂ ਨੂੰ ਲਿਜਾਣ ਲੱਗੇ, ਪਿੰਡ ਦੇ ਲੋਕਾਂ ਨੇ ਕਹਿੰਦੇ ਮਾਤਾ ਨੂੰ ਤੇ ਭੈਣ ਤਾਰੂ ਨੂੰ ਛੁਡਾ ਲਿਆ। ਭਾਈ ਤਾਰੂ ਸਿੰਘ ਕਹਿਣ ਲੱਗਾ ਨਹੀਂ, ਖੇਤ ਕੰਮ ਕਰਦਾ ਸੀ, ਖੇਤੋਂ ਆਇਆ। ਭਾਈ ਤਾਰੂ ਸਿੰਘ ਕਹਿਣ ਲੱਗਾ ਨਹੀਂ, ਜਿਵੇਂ ਸਰਕਾਰ ਨੇ ਆਖਿਆ ਮੈਂ ਉਦਾਂ ਹੀ ਕਰਾਂਗਾ, ਪਰ ਕਹਿੰਦੇ ਅੱਗੇ ਪੜਾਣਾ ਪਿੰਡ ਆਉਂਦਾ ਅੰਮ੍ਰਿਤਸਰ ਜ਼ਿਲ੍ਹੇ 'ਚ, ਕਹਿੰਦੇ ਉੱਥੇ ਕੁਝ ਪਿੰਡ ਦੇ ਲੋਕਾਂ ਨੇ ਕਹਿੰਦੇ ਰਸਤਾ ਉਹਨਾਂ ਦਾ ਰੋਕ ਲਿਆ। ਕਹਿੰਦੇ ਅਸੀਂ ਜਾਣ ਨਹੀਂ ਦੇਣਾ, ਤਾਰੂ ਸਿੰਘ ਨੂੰ ਨਹੀਂ ਜਾਣ ਦੇਵਾਂਗੇ, ਅਸੀਂ ਜੰਗ ਕਰਾਂਗੇ। ਤਾਰੂ ਸਿੰਘ ਹੱਥ ਜੋੜ ਕੇ ਸੰਗਤ ਨੂੰ ਕਹਿੰਦਾ ਸਿੰਘੋ ਇਹ ਅੱਜ ਦੀ ਸ਼ਹਾਦਤ ਹੈ ਨਾ, ਇਹ ਸ਼ਹਾਦਤ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ। ਇਹ ਸ਼ਹਾਦਤ ਅੱਜ ਗੁਰੂ ਨੇ ਤਰਸ ਕਰਕੇ ਮੇਰੇ ਹਿੱਸੇ ਮੈਨੂੰ ਦਿੱਤੀ ਹੈ। ਮੇਰੀ ਮਾਂ ਦੀਆਂ ਲੋਰੀਆਂ ਜਿਹੜੀਆਂ ਅੱਜ ਉਹ ਸਫਲ ਹੋਣ ਲੱਗੀਆਂ ਨੇ, ਤੁਸੀਂ ਇਹਨਾਂ ਨਾਲ ਲੜਨਾ ਨਹੀਂ, ਤੁਸੀਂ ਕੁਝ ਨਹੀਂ ਕਹਿਣਾ। ਕਹਿੰਦੇ ਮੈਂ ਲਾਹੌਰ ਜ਼ਰੂਰ ਜਾਣਾ। ਇਤਿਹਾਸ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਪਕੜ ਕੇ ਲਾਹੌਰ ਲੈ ਕੇ ਜ਼ਕਰੀਆ ਖਾਨ ਦੇ ਕੋਲ ਪੇਸ਼ ਕੀਤਾ। ਇਧਰੋਂ ਜ਼ਕਰੀਆ ਖਾਨ ਜਿਹੜਾ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਕੇ ਚੌਂਕ ਚੁਰਾਏ ਸਭ ਕੁਝ ਬਰਬਾਦ ਕਰਕੇ ਸਿੰਘਾਂ ਨੂੰ ਅੱਕ ਚੁੱਕਿਆ ਸੀ। ਉਹ ਕਹਿਣ ਲੱਗਾ ਅਜੇ ਵੀ ਜਿਉਂਦੇ ਨੇ। ਤਾਰੂ ਸਿੰਘ ਨੂੰ ਕਹਿਣ ਲੱਗਾ, ਕਹਿੰਦੇ ਇਹ ਇਸਲਾਮ ਧਰਮ ਨੂੰ ਕਬੂਲ ਕਰ, ਆਪਣੀ ਤੂੰ ਸਿੱਖੀ ਛੱਡ ਦੇ। ਅਰਦਾਸ ਵਿੱਚ ਆਪਾਂ ਕਹਿੰਦੇ ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਕਦੀ ਇਹਨਾਂ ਦੋ ਲਫ਼ਜ਼ਾਂ ਵੱਲ ਧਿਆਨ ਦਿਓ। ਕੇਸਾਂ ਸਵਾਸਾਂ ਭਾਵ ਜਿੰਨਾ ਚਿਰ ਤਾਰੂ ਸਿੰਘ ਦੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ ਉਹਨਾਂ ਚਿਰ ਕਹਿੰਦੇ ਭਾਈ ਤਾਰੂ ਸਿੰਘ ਨੇ ਈਨ ਨਹੀਂ ਮੰਨੀ ਕਿ ਤੁਸੀਂ ਮੇਰੇ ਕੇਸ ਕਤਲ ਕਰ ਦਿਓ। ਹੰਕਾਰ ਦੇ ਜ਼ਕਰੀਆ ਖਾਨ ਕਹਿੰਦਾ ਉਹ ਤਾਰੂ ਸਿੰਘ ਜਿੰਨਾ ਕੇਸਾਂ ਦਾ ਤੂੰ ਮਾਣ ਕਰਦਾ ਹੈ, ਕਹਿੰਦੇ ਇਹਨਾਂ ਕੇਸਾਂ ਨੂੰ ਤਾਂ ਮੈਂ ਜੁੱਤੀਆਂ ਮਾਰ-ਮਾਰ ਕੇ ਝਾੜ ਦਿਆਂਗਾ। ਅੱਗੋਂ ਸਿੰਘ ਜੀ ਦੇ ਬਚਨ ਸਨ, ਕਿਉਂਕਿ ਜੋ ਬਚਨ ਮੁਖ ਦੇ ਵਿੱਚੋਂ ਕਿਸੇ ਗੁਰੂ ਪਿਆਰੇ ਦੇ ਨਿਕਲ ਜਾਣ ਬਾਣੀ ਪੜ੍ਹਨ ਵਾਲੇ ਦੇ, ਮੈਂ ਕਈ ਵਾਰ ਸੋਚਦਾ ਵੀ ਕਿੰਨੇ ਸਾਡੇ ਵੱਡੇ ਭਾਗ ਨੇ ਕਿ ਜਦੋਂ ਅਸੀਂ ਰਾਤ ਨੂੰ ਗੁਰੂ ਸਾਹਿਬ ਦਾ ਸੁਖਾਸਨ ਕਰਦੇ ਹਾਂ, ਇੰਜ ਕਰੋ ਗੁਰੂ ਸਾਹਿਬ ਦਾ ਸੁਖਾਸਨ ਕਰਦੇ ਹਾਂ, ਉਦੋਂ ਵੀ ਸੇਵਾ ਸਾਨੂੰ, ਤੇ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਹਾਂ ਸਿੱਧੇ ਗੁਰੂ ਕੋਲੇ ਆਉਂਦੇ ਆ। ਇੱਥੇ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਹੋ, ਪਰ ਕਿੰਨੇ ਵੱਡੇ ਭਾਗ ਨੇ ਉਸ ਦੇ। ਖੈਰ ਕਹਿੰਦੇ ਭਾਈ ਤਾਰੂ ਸਿੰਘ ਕਹਿਣ ਲੱਗਾ ਉਹ ਜਿਨ੍ਹਾਂ ਕੇਸਾਂ ਦੇ ਇਹ ਕੇਸ ਮੇਰੇ ਨਹੀਂ। ਵੇਖੋ ਜਦੋਂ ਆਪਾਂ ਦੁਨੀਆ ਵਿੱਚ ਆਉਨੇ ਆ ਨਾ, ਜਦੋਂ ਆਪਾਂ ਅੰਮ੍ਰਿਤ ਛਕਦੇ ਆ, ਚਾਰ ਚੀਜ਼ਾਂ ਸਾਨੂੰ ਪੰਜ ਪਿਆਰੇ ਦਿੰਦੇ ਨੇ। ਇੱਕ ਕੇਵਲ ਤੇ ਕੇਵਲ ਉਹ ਚੀਜ਼ ਹੈ ਜਿਹੜੀ ਅਕਾਲ ਪੁਰਖ ਧੁਰ ਦਰਗਾਹੋਂ ਸਾਡੇ ਨਾਲ ਹੀ ਆਉਂਦੀ ਹੈ, ਉਹ ਹਨ ਕੇਸ। ਪੰਜ ਚੀਜ਼ਾਂ ਕੇਸ, ਪੰਜ ਚੀਜ਼ਾਂ ਕੜਾ ਹੋ ਗਿਆ, ਕੰਘਾ ਹੋ ਗਿਆ, ਕਿਰਪਾਨ ਸ਼ਹਿਰਾ, ਇਹ ਸਾਨੂੰ ਪੰਜ ਪਿਆਰੇ ਦਿੰਦੇ ਨੇ। ਪਰ ਕਹਿੰਦੇ ਜਿਹੜੇ ਕੇਸ ਨੇ ਨਾ ਉਹ ਧੁਰ ਦਰਗਾਹੋਂ ਹੀ ਆਏ ਨੇ, ਜਨਮ ਤੋਂ ਹੀ ਆਏ ਨੇ। ਭਾਈ ਤਾਰੂ ਸਿੰਘ ਕਹਿਣ ਲੱਗਾ ਮੇਰੇ ਗੁਰੂ ਦੇ ਕੇਸਾਂ ਦੇ ਪ੍ਰਤੀ ਭੱਦੀ ਸ਼ਬਦਾਵਲੀ ਜੁੱਤੀਆਂ ਲਫ਼ਜ਼ ਵਰਤਣ ਵਾਲਿਆ, ਇਹ ਵੀ ਫਿਰ ਇੱਕ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਦਾ ਵਚਨ ਹੈ। ਕਹਿੰਦੇ ਤੂੰ ਕੀ ਜੁੱਤੀਆਂ ਮਾਰੇਗਾ, ਤੂੰ ਮੇਰੀ ਜੁੱਤੀ ਨੂੰ ਤਰਸੇਗਾ ਕਿ ਮੇਰੇ ਸਿਰ ਵਿੱਚ ਜੁੱਤੀਆਂ ਮਾਰੋ। ਕਹਿੰਦੇ ਇਹਨਾਂ ਵਚਨ ਕਹਿੰਦੇ ਭਾਈ ਤਾਰੂ ਸਿੰਘ ਨੇ ਕਿਹਾ। ਕਹਿੰਦੇ ਉਸੇ ਵਕਤ ਮੋਚੀ ਬੁਲਾਏ ਗਏ ਤੇ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਦੀ ਆਪਾਂ ਗੱਲ ਕਰਦੇ ਹਾਂ। ਆਪਾਂ ਕਈ ਦਫਾ ਇਹ ਗੱਲ ਚੋਂ ਢਾਡੀ ਕਵੀਸ਼ਰ ਕਹਿ ਜਾਂਦੇ ਨੇ ਵੀ ਕੇਸ ਲੋਹੇ ਦੀਆਂ ਤਾਰਾਂ ਬਣ ਗਏ। ਦਰਅਸਲ ਕੇਸ ਲੋਹੇ ਦੀਆਂ ਤਾਰਾਂ ਨਹੀਂ, ਜੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਤੇ ਫਿਰ ਖੋਪਰੀ ਲੋਹੇ ਦੀ ਕਿਉਂ ਨਾ ਬਣ ਗਈ। ਇਹ ਸਮਝਣ ਦਾ ਵਿਸ਼ਾ। ਦਰਅਸਲ ਕੇਸ ਨਹੀਂ ਸੀ ਲੋਹੇ ਦੀਆਂ ਤਾਰਾਂ ਬਣੇ, ਦਰਅਸਲ ਭਾਈ ਤਾਰੂ ਸਿੰਘ ਦਾ ਸਿਰ ਕੀ ਲੋਹੇ ਵਰਗਾ ਇੰਨਾ ਕੁ ਪੱਕਾ ਬਣ ਗਿਆ ਸੀ। ਅੱਖਾਂ ਦੇ ਵਿੱਚ ਪਾਵਰ, ਅੱਖਾਂ ਦੇ ਵਿੱਚ ਤਾਕਤ, ਵੀਰ ਸੀ ਇੰਨਾ ਸੀ ਕਿ ਜਦੋਂ ਜਲਾਦ ਮੋਚੀ ਕੋਸ਼ਿਸ਼ ਕਰਦਾ ਸੀ ਨਾ ਕੈਂਚੀ ਲੈ ਕੇ ਕੇਸਾਂ ਵੱਲ ਜਾਣ ਦੀ ਹਿੰਮਤ ਹੀ ਨਹੀਂ ਸੀ ਪੈਂਦੀ।
ਉਹਦਾ ਬਾਹੂਬਲੀ ਨਹੀਂ ਸੀ ਪੈਂਦਾ। ਕਹਿੰਦੇ ਉਸ ਵਕਤ ਜ਼ਕਰੀਆ ਖਾਨ ਕਹਿੰਦੇ ਜਿਹੜੇ ਕੇਸਾਂ ਦਾ, ਜਿਹੜੇ ਜੂੜੇ ਦਾ ਮਾਣ ਕਰਦੇ ਨਾ, ਕਹਿੰਦੇ ਜਿਸ ਖੋਪਰੀ ਦੇ ਉੱਤੇ ਕੇਸ ਉਗਦੇ ਨੇ, ਕਹਿੰਦੇ ਮੈਂ ਤੇਰੀ ਖੋਪਰੀ ਹੀ ਉਤਾਰ ਦਿਆਂਗਾ। ਇਤਿਹਾਸ ਇਹ ਕਹਿੰਦਾ ਹੈ ਕਿ ਰੋਜ਼ ਆਪਾਂ ਅਰਦਾਸ ਕਰਦੇ ਆ, ਸ਼ਾਇਦ ਮੈਂ ਜ਼ਿਆਦਾ ਸਮਾਂ ਲੈ ਰਿਹਾ, 2 ਮਿੰਟਾਂ ਵਿੱਚ ਸਮਾਪਤੀ ਕਰਾਂ। ਰੋਜ਼ ਆਪਾਂ ਅਰਦਾਸ ਵਿੱਚ ਜੋ ਕਹਿੰਦੇ ਖੋਪਰੀਆਂ ਉਤਰਾਈਆਂ, ਖੋਪਰੀਆਂ ਭਾਵੇਂ ਹੋਰ ਵੀ ਸਿੰਘਾਂ ਦੀਆਂ ਉਤਰੀਆਂ ਨੇ, ਪਰ ਜਿਸ ਢੰਗ ਤਰੀਕੇ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰੀ ਗਈ, ਕਹਿੰਦੇ ਉਸ ਤਰੀਕੇ ਨਾਲ ਹੋਰ ਕਿਸੇ ਦੀ ਨਹੀਂ। ਖੋਪਰੀਆਂ ਬਹੁਤ ਬਚਨ, ਬਹੁਤ ਗਿਣਤੀ। ਕਹਿੰਦੇ ਉਸ ਵਕਤ ਕਹਿੰਦੇ ਮੋਚੀ ਨੇ, ਕਹਿੰਦੇ ਜਿਹੜੀ ਹੱਥ ਵਿੱਚ ਫੜੀ ਹੋਈ ਸੀ ਨਾ ਰੰਬੀ, ਮੱਥੇ ਵਿੱਚ ਮਾਰ ਕੇ ਪਿੱਛੋਂ ਦੀ ਲਿਆ ਕੇ ਕਹਿੰਦੇ ਲਾ ਕੇ ਇੱਕ ਪਾਸੇ ਰੱਖ ਦਿੱਤੀ, ਪਰ ਕਹਿੰਦੇ ਭਾਈ ਤਾਰੂ ਸਿੰਘ ਡੋਲਿਆ ਨਹੀਂ। ਕਹਿੰਦੇ ਇਹ ਸਾਰੀ ਘਟਨਾ ਜਦੋਂ ਹੋਈ, ਜ਼ਕਰੀਆ ਖਾਨ ਅਜੇ ਆਪਣੇ ਮਹਿਲਾਂ ਘਰ ਦੇ ਵਿੱਚ ਜਾਂਦਾ ਹੀ ਹੈ। ਕਹਿੰਦੇ ਜ਼ਕਰੀਆ ਖਾਨ ਨੂੰ ਕਹਿੰਦੇ ਪਿਸ਼ਾਬ ਦਾ ਬੰਦ ਪੈ ਜਾਂਦਾ ਹੈ। 2 ਘੰਟੇ 4 ਘੰਟੇ ਜਦੋਂ ਕਹਿੰਦੇ ਕੋਸ਼ਿਸ਼ ਕਰਦਾ ਹੈ, ਇੰਨਾ ਰੋਇਆ, ਹਾਰ ਬਹਾਰਿਆ ਮਚਣੀ ਸ਼ੁਰੂ ਹੋ ਗਈ। ਬੜੇ ਵੈਦ ਹਕੀਮ ਬੁਲਾਏ, ਬੜੀਆਂ ਦਵਾਈਆਂ ਬੂਟੀਆਂ ਦਿੱਤੀਆਂ, ਪਰ ਕਹਿੰਦੇ ਜ਼ਕਰੀਆ ਖਾਨ ਨੂੰ ਰਾਹਤ ਨਹੀਂ ਮਿਲਦੀ ਪਈ। ਉਸ ਸਮੇਂ ਕਹਿੰਦੇ ਇੱਕ ਵਿੱਚੋਂ ਆਵਾਜ਼ ਆਈ। ਕਈਆਂ ਨੇ ਸੁਬੇਗ ਸਿੰਘ ਦਾ ਵੀ ਜ਼ਿਕਰ ਕੀਤਾ ਹੈ। ਸੁਬੇਗ ਸਿੰਘ ਸਰਕਾਰੀ ਦਰਬਾਰੇ ਨੌਕਰੀ ਕਰਦਾ ਸੀ, ਭਾਵੇਂ ਨੌਕਰੀ ਸਰਕਾਰ ਦੀ ਕਰਦਾ ਸੀ, ਪਰ ਕਹਿੰਦੇ ਉਹ ਬੋਲੀ ਆਪਣੇ ਗੁਰੂ ਦੀ ਹੀ ਬੋਲਦਾ ਸੀ। ਐਦਾਂ ਨਹੀਂ ਕਿ ਆਪਾਂ ਨੌਕਰੀ ਸਰਕਾਰ ਦੀ ਕਰੀਏ ਤੇ ਬੋਲੀ ਵੀ ਉਹਨਾਂ ਦੀ ਬੋਲੀਏ, ਪਰ ਕਹਿੰਦੇ ਜ਼ਕਰੀਆ ਖਾਨ ਦੇ ਕੋਲ ਨੌਕਰੀ ਕਰਦਾ ਸੀ। ਪਰ ਕਹਿੰਦੇ ਅੱਗੋਂ ਭਾਈ ਸੁਬੇਗ ਸਿੰਘ ਕਹਿਣ ਲੱਗਾ, ਕਹਿੰਦੇ ਉਸ ਸਿੰਘ ਦਾ ਵਚਨ ਤੈਨੂੰ ਯਾਦ ਹੈ? ਜ਼ਕਰੀਆ ਖਾਨ ਤਾਰੂ ਸਿੰਘ ਦਾ ਉਹ ਵਚਨ ਤੈਨੂੰ ਚੇਤੇ ਹੈ ਵੀ ਤਾਰੂ ਸਿੰਘ ਨੇ ਆਖਿਆ ਸੀ ਵੀ ਤੂੰ ਜੁੱਤੀਆਂ ਮਾਰ ਕੇ ਮੇਰੇ ਕੀ ਕੇਸ ਝਾੜੇਗਾ, ਤੂੰ ਮੇਰੀ ਜੁੱਤੀ ਨੂੰ ਤਰਸੇਗਾ। ਜ਼ਕਰੀਆ ਖਾਨ ਕਹਿੰਦਾ ਮੈਂ ਸਮਝਿਆ ਨਹੀਂ। ਸੁਬੇਗ ਸਿੰਘ ਕਹਿੰਦਾ ਸਮਝਣਾ ਕੋਈ ਬਹੁਤਾ ਔਖਾ ਵੀ ਨਹੀਂ, ਪਰ ਕਹਿੰਦੇ ਜਿੰਨਾ ਚਿਰ ਕਹਿੰਦੇ ਉਹ ਸਿੰਘ ਦੀ, ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਤੇਰੇ ਸਿਰ ਵਿੱਚ ਨਹੀਂ ਨਾ ਵੱਜਦੀ, ਉਹਨਾਂ ਚਿਰ ਕਹਿੰਦੇ ਇਸ ਬਿਮਾਰੀ ਤੋਂ ਤੈਨੂੰ ਰਾਹਤ ਨਹੀਂ ਮਿਲਣੀ। ਤੂੰ ਜੋ ਮਰਜ਼ੀ ਕਰਨੀ, ਤੇਰੀ ਜਾਨ ਨਹੀਂ ਨਿਕਲਣੀ। ਕਹਿੰਦੇ ਜ਼ਕਰੀਆ ਖਾਨ ਕਹਿਣ ਲੱਗਾ ਛੇਤੀ ਕਰੋ, ਕਹਿੰਦੇ ਤਾਰੂ ਸਿੰਘ ਦੀ ਜੁੱਤੀ ਲੈ ਕੇ ਆਓ। ਕਹਿੰਦੇ ਭਾਈ ਸੁਬੇਗ ਸਿੰਘ ਤੇ ਕੁਝ ਹੋਰ ਗੁਰਸਿੱਖ ਕਹਿੰਦੇ ਜਦੋਂ ਭਾਈ ਤਾਰੂ ਸਿੰਘ ਕੋਲ ਗਏ ਨੇ, ਕਹਿੰਦੇ ਜ਼ਕਰੀਆ ਖਾਨ ਦੀ ਉਸ ਦੁਸ਼ਟ ਦੀ, ਭਾਈ ਤਾਰੂ ਸਿੰਘ ਦੀ ਜਾਨ ਨਹੀਂ ਨਿਕਲਦੀ ਪਈ, ਤੁਹਾਡੀਆਂ ਜੁੱਤੀਆਂ ਦੀ ਲੋੜ ਹੈ। ਕਹਿੰਦੇ ਹੁਣ ਜ਼ਕਰੀਆ ਖਾਨ ਨੂੰ ਅੱਗੋਂ ਕਹਿੰਦੇ ਸਿੰਘ ਭਾਈ ਤਾਰੂ ਸਿੰਘ ਕਹਿਣ ਲੱਗਾ ਨਹੀਂ, ਉਸ ਦੁਸ਼ਟ ਨੂੰ ਕਹਿੰਦੇ ਮੈਂ ਕਦੀ ਨਹੀਂ ਮਾਫ ਕਰ ਸਕਦਾ। ਇਹ ਮੈਂ ਹੁਣ ਜਿਹੜਾ ਫੈਸਲਾ ਕੌਮ ਤੇ ਪੰਥ ਸੰਗਤ ਦੇ ਹਵਾਲੇ ਕਰਦਾ, ਮੇਰੇ ਵੱਲੋਂ ਕੁਝ ਨਹੀਂ। ਕਹਿੰਦੇ ਫਿਰ ਭਾਈ ਸੁਬੇਗ ਸਿੰਘ ਜੰਗਲ ਵਿੱਚ ਜਾਂਦਾ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਕਹਿੰਦੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਕਰਨਾ ਚਾਹੀਦਾ ਹੈ। ਕਹਿੰਦੇ ਅੱਗੋਂ ਫਿਰ ਸਿੰਘ ਕਹਿਣ ਲੱਗੇ ਜਿਹੜਾ ਵਚਨ ਭਾਈ ਤਾਰੂ ਸਿੰਘ ਨੇ ਕੀਤਾ ਨਾ, ਮੁਖ ਦੇ ਵਿੱਚੋਂ ਜਾਓ, ਭਾਈ ਤਾਰੂ ਸਿੰਘ ਦੀ ਜੁੱਤੀ ਕਹਿੰਦੇ ਲਾ ਕੇ ਲੈ ਜਾਓ। ਕਹਿੰਦੇ ਜ਼ਕਰੀਆ ਖਾਨ ਦੇ ਜਿਵੇਂ ਜਿਵੇਂ ਸਿਰ ਵਿੱਚ ਮਾਰੋਗੇ ਤੇ ਕਹਿੰਦੇ ਜ਼ਕਰੀਆ ਖਾਨ ਦੀ ਮੌਤ ਹੀ ਕਹਿੰਦੇ ਜੁੱਤੀਆਂ ਨਾਲ ਹੋਣੀ ਹੈ। ਵੇਖੋ ਕੈਸਾ ਇਤਿਹਾਸ ਹੈ, ਕੈਸੇ ਸਿੰਘ ਦੇ ਮੁਖ ਦੇ ਵਿੱਚੋਂ ਬਚਨ ਨੇ, ਜਿਹੜਾ ਸਿੰਘ ਆਪਣੇ ਗੁਰੂ ਦੇ ਬਚਨ ਤੇ ਸਿਰਕ ਦੇ ਲਿਖਿਆ। ਕਹਿੰਦੇ ਸੁਬੇਗ ਸਿੰਘ ਗਿਆ, ਅਹਿਲਕਾਰ ਆਏ, ਭਾਈ ਤਾਰੂ ਸਿੰਘ ਦੀ ਜੁੱਤੀ ਕਹਿੰਦੇ ਲੈ ਗਏ ਨੇ। ਕਹਿੰਦੇ ਜਦੋਂ ਇੱਕ ਜੁੱਤੀ ਮਾਰੀ ਨਾ ਜਾ ਕੇ ਜ਼ਕਰੀਆ ਖਾਨ ਦੇ ਸਿਰ 'ਚ, ਉਹਨੂੰ ਥੋੜੀ ਜਿਹੀ ਰਾਹਤ ਮਿਲੀ। ਕਹਿੰਦਾ ਇੱਕ ਹੋਰ ਮਾਰੋ ਟਿਕਾ ਕੇ, ਜਦੋਂ ਹੋਰ ਟਿਕਾ ਕੇ ਮਾਰੀ ਉਹਨੂੰ ਫੇਰ ਰਾਹਤ ਮਿਲੀ। ਕਹਿੰਦਾ ਮਾਰੀ ਚਲੋ, ਜਿਵੇਂ ਜਿਵੇਂ ਜੁੱਤੀਆਂ ਵੱਜਦੀਆਂ ਤੇ ਜ਼ਕਰੀਆ ਖਾਨ ਨੂੰ ਰਾਹਤ ਮਿਲਦੀ ਹੈ। ਇਤਿਹਾਸ ਇਹ ਕਹਿੰਦਾ ਇੰਨੀਆਂ ਕੁ ਜੁੱਤੀਆਂ ਸਿਰ 'ਚ ਸੁਬੇਗ ਸਿੰਘ ਸੀ, ਉਹ ਤੇ ਮੌਕਾ ਭਾਲਦਾ ਸੀ ਵੀ ਕਿਤੇ ਟਾਈਮ ਮਿਲੇ ਤੇ ਸੁਬੇਗ ਸਿੰਘ ਜਾਂ ਹੋਰ ਜਿੰਨੇ ਵੀ ਸਨ, ਕਹਿੰਦੇ ਜਿਉਂ-ਜਿਉਂ ਜੁੱਤੀਆਂ ਕਹਿੰਦੇ ਦੇ ਸਿਰ ਵਿੱਚ ਵੱਜੀਆਂ, ਕਹਿੰਦੇ ਇਹਦੀ ਮੌਤ ਹੀ ਜ਼ਕਰੀਆ ਖਾਨ ਦੀ ਜੁੱਤੀਆਂ ਖਾ ਕੇ ਹੋਈ ਹੈ। ਸਿੰਘ ਦਾ ਬਚਨ ਇੱਕ ਸਾਧ ਬਚਨ, ਅਟਲਾ ਦਾ ਬਚਨ ਪੂਰਿਆ ਹੋਇਆ। ਕਹਿੰਦੇ ਇਧਰੋਂ ਕਿਉਂਕਿ ਤਾਰੂ ਸਿੰਘ ਨੇ ਆਖਿਆ ਸੀ ਕਿ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲੈ ਕੇ ਜਾਵਾਂਗਾ, ਸ਼ਹਾਦਤ ਤਾਂ ਉਸੇ ਦਿਨ ਹੀ ਹੋ ਸਕਦੀ ਸੀ। 22 ਦਿਨ ਉਹ ਤਾਂ ਹੀ ਵੇਟ ਕਰਦਾ ਰਿਹਾ। 22 ਦਿਨ ਭਾਈ ਤਾਰੂ ਸਿੰਘ ਉਹ ਕਹਿੰਦਾ ਸੀ ਮੈਂ ਆਪਣੀ ਜੁੱਤੀ ਦੇ ਅੱਗੇ ਤੈਨੂੰ ਲਾ ਕੇ ਲੈ ਜਾਵਾਂਗਾ, ਜਿੰਨਾ ਚਿਰ ਤੇਰੀ ਮੌਤ ਨਹੀਂ ਹੁੰਦੀ ਉਹਨਾਂ ਚਿਰ ਮੈਂ ਆਪਣਾ ਪੰਜ ਭੂਤਿਕ ਸਰੀਰ ਨਹੀਂ ਤਿਆਗਣਾ। ਕਹਿੰਦੇ ਜ਼ਕਰੀਆ ਖਾਨ ਦੀ ਮੌਤ ਕੰਮ ਜੁੱਤੀਆਂ ਵਾਲੇ ਕੀਤੇ ਤੇ ਜੁੱਤੀਆਂ ਦੇ ਜ਼ਕਰੀਆ ਖਾਨ ਨੂੰ ਪੈਣੀਆਂ ਹੀ ਸਨ, ਪਰ ਕੌਮ ਨੇ, ਪੰਥ ਨੇ, ਗੁਰੂ ਨੇ ਕਿਰਪਾ ਕੀਤੀ, ਤਰਸ ਆਇਆ, ਪੰਥ ਨੇ ਇਕੱਠਿਆਂ ਹੋ ਕੇ ਫਿਰ ਉਸ ਮਹਾਨ ਯੋਧੇ ਨੂੰ ਸਦੀਵੀ ਕਾਲ ਅਰਦਾਸ ਦੇ ਵਿੱਚ ਸਾਂਭ ਕੇ ਰੱਖ ਲਿਆ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਦੁਹਾਈਆਂ,
ਧਰਮ ਨਹੀਂ ਹਾਰਿਆ, ਖੋਪਰੀ ਤਾਂ ਉਤਾਰ ਲਈ। ਜ਼ਕਰੀਆ ਖਾਨ ਨੇ ਜ਼ੋਰ ਲਾ ਲਿਆ, ਪਰ ਕਹਿੰਦੇ ਸਿੰਘ ਨੇ ਧਰਮ ਨਹੀਂ ਹਾਰਿਆ, ਕੇਸ ਨਹੀਂ ਕਟਾਏ। ਕੇਸਾਂ ਦੇ ਵੱਲ ਕਹਿੰਦੇ ਕੈਂਚੀ ਨਹੀਂ ਆਉਣ ਦਿੱਤੀ। ਇਸ ਲਈ ਜਿਹੜੇ ਕੇਸ ਨੇ ਨਾ, ਇਹ ਗੁਰੂ ਦੀ ਦਾਤ ਨੇ, ਗੁਰੂ ਦੀ ਬਖਸ਼ਿਸ਼ ਨੇ। ਤੇ ਭਾਈ ਤਾਰੂ ਸਿੰਘ ਦੀ ਜੇ ਖੁਸ਼ੀ ਲੈਣੀ ਹੈ, ਅਸੀਸ ਲੈਣੀ ਹੈ, ਤੇ ਉਹ ਕੋਸ਼ਿਸ਼ ਕਰਿਓ ਕਿ ਆਪਣੇ ਬੱਚਿਆਂ ਦੇ ਕੇਸਾਂ ਕੈਂਚੀ ਨਾ ਲਾਓ। ਕਈ ਬੀਬੀਆਂ ਬਹਾਨੇ ਬਣਾਉਂਦੀਆਂ ਜੀ, ਵੱਡੇ ਹੋ ਕੇ ਤੇ ਇਹਨੇ ਬੋਬੀ ਕੱਟ ਕਰਾ ਲੈਣ ਭਾਵੇਂ 100 ਵਾਰੀ, ਪਰ ਤੁਸੀਂ ਆਪਣੇ ਫਰਜ਼ ਤੋਂ ਨਾ ਭੱਜੋ ਜੇ ਤੁਸੀਂ ਗੁਰੂ ਦੀ ਖੁਸ਼ੀ ਲੈਣੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਇਹ ਵੀ ਹਾਜੀ ਆਪ ਸੰਗਤ ਨੇ ਪ੍ਰਵਾਨ ਕਰਨੀ ਭੁੱਲ ਚੁੱਕੀ ਸ਼ਾਮਾ ਜੀ। ਸੋ ਸਮੂਹ ਸਿੱਖ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀਵਾਨਾਂ ਦੀ ਗਮੀਆਂ ਸੇਵਾਵਾਂ ਹੋਈਆਂ ਨੇ। ਸਰਦਾਰ ਹਰਭਜਨ ਸਿੰਘ ਜੀ ਸਮੂਹ ਪਰਿਵਾਰ ਨੇ ਬੜੇ ਪਿਆਰ ਦੇ ਨਾਲ ਰਾਤ ਨੂੰ ਵੀ ਇਹਨਾਂ ਨੇ ਸਾਰੇ ਪਰਿਵਾਰ ਨੇ ਬਾਣੀ ਨੂੰ ਸੁਣਿਆ ਹੈ। ਦੇਖੋ ਜਿਹੜਾ ਬਾਣੀ ਸੁਣਦਾ ਹੈ ਗੁਰੂ ਦੀ ਉਸਤਤ ਕਰਦਾ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਸੋ ਭਾਈ, ਸੋ ਮੇਰਾ ਵੀਰ, ਮੇਰੇ ਗੁਰੂ ਦੀ ਬਾਣੀ ਸੁਣਨ ਵਾਲਾ ਤੇ ਮੇਰੇ ਗੁਰੂ ਦੀ ਬਾਣੀ ਸੁਣਾਉਣ ਵਾਲੇ ਦੇ ਸੰਬੰਧ ਵਿੱਚ ਮੇਰੇ ਗੁਰੂ ਨੇ ਸਤਿਕਾਰ ਲਫ਼ਜ਼ ਵਰਤੇ ਹਨ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਬਖਸ਼ੋ ਸੀਸ ਭੁੱਲ ਚੁੱਕੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਜੀਆਂ ਵਧਾਈਆਂ। ਰਾਗ ਰਤਨ ਪਰਵਾਰ ਕੋਈ ਮੈਂ ਸ਼ਬਦ ਗਾਵਣੀਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਣਾ। ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਜੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਰਹੇ ਸੋ ਪਾਵੇ, ਸਦਾ ਸਿੱਧ ਸਦਾ ਤੇਰੀ ਨਾਮ ਮਨ ਵਸਾਵੇ। ਨਾਮ ਲਿਖੈ ਮਨ ਵਸਿਆ, ਬਾਜੇ ਸ਼ਬਦ ਕਹੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ। ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਹੁ। ਰਿਸੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਬਾਜੇ ਪੰਜ ਸ਼ਬਦ ਤਿਤ ਘਰ ਸਪਾਗੈ, ਘਰ ਸਪਾਗੈ ਸ਼ਬਦ ਬਾਜੇ। ਕਲਾ ਜਿਕਰ ਧਾਰੀਆ, ਪੰਜ ਦੂਤ ਵਸ ਕੀਤੇ। ਕਾਲ ਕੰਡਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ। ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਘਰ ਅਨੰਦ ਬਾਜੇ, ਅੰਧ ਸੁਣੋ ਬੜ ਭਾਗਿਓ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ। ਉਤਰੇ ਸਗਲ ਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬੇਅੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਦੂਰੇ, ਬੇਅੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ